गुड मॉर्निंग स्टूडेंट्स। आप अजे कल कर रहे थे आप नर्नेस्ट इक्वेशन की उहदे आप न्यूमेरिकल्स किए उहदे नाल रिलेटेड अगला टॉपिक हैगा कि आप नर्नेस्ट इक्वेशन की हैल्प दे नाल कल आप इलैक्ट्रोड पोटेंशियल कैलकुलेट किया विद द हैल्प ऑफ नर्नेस्ट इक्वेशन इलैक्ट्रोड पोटेंशियल टोटल कढ़िया सी ऑफ द सैल नर्नेस्ट की इक्वेशन नू यूज़ करके हुण आप नर्नेस्ट की इक्वेशन की हैल्प दे नाल इक्विलिब्रियम कॉन्स्टेंट भी कढ़ सकते हैं। ਉਹਦੇ ਵਾਸਤੇ ਆਪਾਂ ਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਇਕੁਇਲਿਬਰੀਅਮ ਕੀ ਹੁੰਦਾ, ਕਿਹੜਾ ਪੁਆਇੰਟ ਹੈ ਜਿਹਨੂੰ ਅਸੀਂ ਇਕੁਇਲਿਬਰੀਅਮ ਕਹਿੰਦੇ ਆ। ਜਦੋਂ ਕੋਈ ਵੀ ਰਿਐਕਸ਼ਨ ਚੱਲਦਾ ਆ ਇੱਕ ਪੁਆਇੰਟ ਇਕੁਇਲਿਬਰੀਅਮ ਦਾ ਆਏਗਾ ਜਿੱਥੇ ਦੋਨੋਂ ਇਲੈਕਟ੍ਰੋਡਸ ਦਾ ਪੋਟੈਂਸ਼ੀਅਲ ਕੀ ਹੋ ਜਾਂਦਾ, ਸੇਮ ਹੋ ਜਾਂਦਾ। ਇੱਕ ਆਪਣੇ ਕੋਲ ਜਿਹੜੀ ਹੈ ਇਲੈਕਟ੍ਰੋਡ ਪੋਟੈਂਸ਼ੀਅਲ ਆਪਾਂ ਐਨੋਡ ਹਾਫ ਸੈਲ ਦੀ ਬਣਾਈ ਹੈ, ਇੱਕ ਆਪਾਂ ਕੈਥੋਡ ਦੀ ਬਣਾਈ ਹੈ, ਤਾਂ ਦੋਨਾਂ ਦਾ ਇਲੈਕਟ੍ਰੋਡ ਪੋਟੈਂਸ਼ੀਅਲ ਜਦੋਂ ਸੇਮ ਹੋ ਜਾਂਦਾ ਨਾ ਉਸ ਕੰਡੀਸ਼ਨ ਦੇ ਵਿੱਚ ਉਸ ਪੁਆਇੰਟ ਦੇ ਉੱਤੇ ਇਕੁਇਲਿਬਰੀਅਮ ਆ ਜਾਂਦਾ, ਉਹਨੂੰ ਅਸੀਂ ਇਕੁਇਲਿਬਰੀਅਮ ਪੁਆਇੰਟ ਬੋਲਦੇ ਹਾਂ। ਹੁਣ ਫॉर एग्जांपल ਜਦੋਂ ਆਪਾਂ ਜ਼ਿੰਕ ਕਾਪਰ ਸੈਲ ਪੜ੍ਹਦੇ ਹਾਂ ਜ਼ਿੰਕ ਇਲੈਕਟ੍ਰੋਨ ਲੂਜ਼ ਕਰਦਾ ਹੈ, ਠੀਕ ਹੈ, Zn+2+2 ਇਲੈਕਟ੍ਰੋਨਸ। ਕਾਪਰ ਜਿਹੜਾ ਹੈ ਉਹ ਇਲੈਕਟ੍ਰੋਨਸ ਜਿਹੜੇ ਆ ਕਾਪਰ ਆਇਨਸ ਗੇਨ ਕਰਦੇ ਦੋ ਇਲੈਕਟ੍ਰੋਨਸ ਨੂੰ, ਆਪਣਾ ਸੈਲ ਕੰਮ ਕਰਦਾ। ਹੁਣ ਇੱਥੋਂ ਸਾਨੂੰ ਪਤਾ ਹੈ ਕਿ ਜਦੋਂ ਰਿਐਕਸ਼ਨ ਸਟਾਰਟ ਹੋ ਜਾਂਦਾ ਹੈ ਉਦੋਂ ਜ਼ਿੰਕ ਜਿਹੜੀ ਹੈ ਟੁੱਟਣੀ ਸ਼ੁਰੂ ਹੋ ਜਾਂਦੀ ਹੈ ਜ਼ਿੰਕ ਆਇਨਸ ਦੇ ਵਿੱਚ, ਤਾਂ ਜ਼ਿੰਕ ਆਇਨਸ ਦੀ ਕਨਸੈਂਟ੍ਰੇਸ਼ਨ ਕੀ ਹੋ ਜਾਂਦੀ ਹੈ, ਇਨਕਰੀਜ਼ ਕਰਨ ਲੱਗ ਜਾਂਦੀ ਹੈ। ਜਦੋਂ ਜ਼ਿੰਕ ਆਇਨ ਦੀ ਕਨਸੈਂਟ੍ਰੇਸ਼ਨ ਇਨਕਰੀਜ਼ ਕਰਦੀ ਹੈ ਤਾਂ ਆਕਸੀਡੇਸ਼ਨ ਜਿਹੜਾ ਪੋਟੈਂਸ਼ੀਅਲ ਹੋਏਗਾ ਆਪਣੇ ਕੋਲ ਉਹਦੀ ਵੈਲਿਊ ਜਿਹੜੀ ਹੋਏਗੀ ਉਹ ਇਨਕਰੀਜ਼ ਕਰਨਾ ਸ਼ੁਰੂ ਕਰ ਦੂਗਾ, ਯਾਨੀ ਇਹਦਾ ਜਿਹੜਾ ਪੋਟੈਂਸ਼ੀਅਲ ਹੈ ਉਹ ਵਧਣਾ ਸ਼ੁਰੂ ਹੋ ਜਾਂਦਾ, ਰਿਡਕਸ਼ਨ ਪੋਟੈਂਸ਼ੀਅਲ। ਇਸੇ ਤਰੀਕੇ ਜਦੋਂ ਆਪਾਂ ਕਾਪਰ ਆਇਨਸ ਜਿਹੜੇ ਇਲੈਕਟ੍ਰੋਨਸ ਗੇਨ ਕਰਦੇ ਆ ਤਾਂ ਕਾਪਰ ਆਇਨਸ ਦੀ ਗਿਣਤੀ ਘਟਣ ਲੱਗ ਜਾਂਦੀ ਹੈ, ਯਾਨੀ ਜਿਹੜੀ ਆਇਨਸ ਦੀ ਕਨਸੈਂਟ੍ਰੇਸ਼ਨ ਹੈ ਨਾ ਉਹਦੇ ਨਾਲ ਸੰਬੰਧ ਪੋਟੈਂਸ਼ੀਅਲ ਦਾ ਆ। ਜਿੰਨੀ ਆਇਨਸ ਦੀ ਕਨਸੈਂਟ੍ਰੇਸ਼ਨ ਵੱਧਦੀ ਜਾਊਗੀ ਪੋਟੈਂਸ਼ੀਅਲ ਵਧਣ ਲੱਗ ਜਾਊਗਾ, ਅਗਰ ਆਇਨਸ ਦੀ ਕਨਸੈਂਟ੍ਰੇਸ਼ਨ ਘਟਦੀ ਹੈ ਤਾਂ ਪੋਟੈਂਸ਼ੀਅਲ ਘਟਣ ਲੱਗ ਪੈਂਦਾ। ਹੁਣ ਇੱਧਰ ਆਇਨਸ ਦੀ ਕਨਸੈਂਟ੍ਰੇਸ਼ਨ ਵੱਧ ਰਹੀ ਆ ਤਾਂ ਆਕਸੀਡੇਸ਼ਨ ਦਾ ਜਿਹੜਾ ਆਪਣਾ ਵਾਲਾ ਪੋਟੈਂਸ਼ੀਅਲ ਹੋਏਗਾ ਇਹ ਇਨਕਰੀਜ਼ ਕਰਨਾ ਸ਼ੁਰੂ ਕਰ ਦੇਗਾ। ਜਿਹੜੀ ਕਾਪਰ ਆਇਨਸ ਦੀ ਕਨਸੈਂਟ੍ਰੇਸ਼ਨ ਹੈ ਘਟੀ ਜਾਂਦੀ ਹੈ, ਕਾਪਰ ਸੋਲਿਡ ਬਣੀ ਜਾ ਰਿਹਾ, ਆਇਨਸ ਘਟੀ ਜਾਂਦੇ ਆ, ਤਾਂ ਇਹ ਜਿਹੜਾ ਰਿਡਕਸ਼ਨ ਪੋਟੈਂਸ਼ੀਅਲ ਆਪਣੇ ਕੋਲ ਇਹ ਘਟਣਾ ਸ਼ੁਰੂ ਹੋ ਜਾਂਦਾ। ਇੱਕ ਪੁਆਇੰਟ ਤੇ ਆ ਕੇ ਦੋਨੋਂ ਪੋਟੈਂਸ਼ੀਅਲ ਕੀ ਹੋ ਜਾਂਦੇ ਆ, ਬਰਾਬਰ ਹੋ ਜਾਂਦੇ ਆ। ਉੱਥੇ ਕੀ ਸੈਟਅਪ ਹੋ ਜਾਏਗਾ, ਇਕੁਇਲਿਬਰੀਅਮ ਹੋ ਜਾਏਗਾ, ਔਰ ਇਕੁਇਲਿਬਰੀਅਮ ਦੇ ਉੱਤੇ ਟੋਟਲ ਈਐਮਐਫ ਆਫ ਦਾ ਸੈਲ ਜਿਹੜੀ ਹੈ ਜ਼ੀਰੋ ਹੋ ਜਾਏਗੀ, ਕਿਉਂਕਿ ਦੋਨੋਂ ਪੋਟੈਂਸ਼ੀਅਲ ਹੁਣ ਸੇਮ ਹੋ ਗਏ ਆ। ਇਸ ਲਈ ਦੋਨਾਂ ਦਾ ਜਦੋਂ ਆਪਾਂ ਡਿਫਰੈਂਸ ਕਰਾਂਗੇ ਈਐਮਐਫ ਕੱਢਣ ਲਈ ਕੈਥੋਡ ਮਾਈਨਸ ਐਨੋਡ ਤਾਂ ਜ਼ੀਰੋ ਆ ਜਾਏਗਾ। ਸੋ ਇਹ ਆਪਾਂ ਧਿਆਨ ਰੱਖਣਾ ਕਿ ਟੋਟਲ ਈਐਮਐਫ ਆਫ ਦਾ ਸੈਲ ਵਿਲ ਬੀ ਜ਼ੀਰੋ ਐਟ ਇਕੁਇਲਿਬਰੀਅਮ, ਠੀਕ ਹੈ। ਸੋ ਹੁਣ ਆਪਾਂ ਨਰਨੈਸਟ ਇਕੁਏਸ਼ਨ ਜਦੋਂ ਆਪਾਂ ਯੂਜ਼ ਕਰਦੇ ਹਾਂ ਉਸ ਨਰਨੈਸਟ ਇਕੁਏਸ਼ਨ 'ਚ ਆਪਾਂ ਇਹ ਇਕੁਏਸ਼ਨ ਲਾਉਂਦੇ ਹਾਂ E ਆਫ ਦਾ ਸੈਲ ਇਜ਼ ਇਕੁਅਲ ਟੂ E ਨੋਟ ਆਫ ਦਾ ਸੈਲ ਮਾਈਨਸ 0.059, ਐਨ ਦੀ ਜਗ੍ਹਾ ਆਪਾਂ 2 ਲਗਾ ਲੈਂਦੇ ਹਾਂ, ਠੀਕ ਹੈ, ਐਨ ਲਗਾ ਲਓ ਜਾਂ 2, ਇੱਥੇ 2 ਆਪਾਂ ਯੂਜ਼ ਕਰ ਲਏ ਆ। ਲੌਗ ਕਨਸੈਂਟ੍ਰੇਸ਼ਨ ਜਿਹੜੀ ਹੈ ਜ਼ਿੰਕ ਆਇਨਸ ਦੀ ਉੱਪਰ ਆਏਗੀ, ਐਨੋਡ ਵਾਲੇ ਆਇਨਸ ਜਿਹੜੇ ਆ ਨਾ ਆਕਸੀਡੇਸ਼ਨ ਕਰਦੇ ਆ ਇਹ ਉੱਪਰ ਆਉਂਦੇ ਆ, ਔਰ ਕੈਥੋਡ ਵਾਲੇ ਆਇਨਸ ਆਪਣੇ ਕੋਲ ਕਿੱਥੇ ਚਲੇ ਗਏ, ਨੀਚੇ ਚਲੇ ਗਏ। ਜੇ ਆਪਾਂ ਉੱਦਾਂ ਵੀ ਦੇਖਣਾ ਤਾਂ ਆਪਣੇ ਕੋਲ ਪ੍ਰੋਡਕਟ ਵਾਲੀ ਸਾਈਡ ਤੇ ਜ਼ਿੰਕ ਆਇਨਸ ਹੈ, ਰਿਐਕਟੈਂਟ ਵਾਲੀ ਸਾਈਡ ਤੇ ਕਾਪਰ ਆਇਨਸ ਹੈ, ਪ੍ਰੋਡਕਟ ਬਟੇ ਰਿਐਕਟੈਂਟ। ਹੁਣ ਕੀ ਹੁੰਦਾ ਰਾਜੇ, ਆ ਜਿਹੜੀ ਹੈਗੀ ਆ ਟੋਟਲ ਈਐਮਐਫ ਆਫ ਦਾ ਸੈਲ ਵਿਲ ਬੀ ਜ਼ੀਰੋ। ਇਹ ਅਗਰ ਜ਼ੀਰੋ ਪੁੱਟ ਕਰਤੀ ਆਪਾਂ, 0 ਇਜ਼ ਇਕੁਅਲ ਟੂ E ਨੋਟ ਆਫ ਸੈਲ ਮਾਈਨਸ 0.059/2 log concentration of zinc ions over concentration of copper ions। ਹੁਣ ਆਪਾਂ ਇਹਨੂੰ ਸੋਲਵ ਕਰ ਸਕਦੇ ਹਾਂ। ਆ ਜਿਹੜਾ E ਨੋਟ ਆ ਆਪਾਂ ਇਹਨੂੰ ਇੱਧਰ ਰੱਖ ਲਈਏ, E ਨੋਟ ਆਫ ਦਾ ਸੈਲ ਇਜ਼ ਇਕੁਅਲ ਟੂ ਸਾਰੀ ਰਕਮ ਇੱਧਰ ਲੈ ਜਾਂਦੇ ਆ, ਇਹ ਪਲੱਸ ਦੇ ਵਿੱਚ ਕਨਵਰਟ ਹੋ ਜਾਏਗੀ, 0.059/2 log ਆ ਗਿਆ ਆਪਣੇ ਕੋਲ ਜ਼ਿੰਕ ਆਇਨਸ ਓਵਰ ਕਾਪਰ ਆਇਨਸ। ਹੁਣ ਜ਼ਿੰਕ ਆਇਨ ਓਵਰ ਕਾਪਰ ਆਇਨਸ ਇਹ ਜਿਹੜੀ ਕਨਸੈਂਟ੍ਰੇਸ਼ਨ ਹੋਏਗੀ ਐਟ ਇਕੁਇਲਿਬਰੀਅਮ ਇਟ ਵਿਲ ਬੀ ਕਨਸਟੈਂਟ, ਠੀਕ ਹੈ। ਸੋ ਇਹਨੂੰ ਅਸੀਂ ਰਿਪਰੈਜ਼ੈਂਟ ਕਰਾਂਗੇ K ਦੇ ਨਾਲ। ਸੋ K ਜਿਹੜਾ ਆਪਾਂ ਅਲੱਗ ਤੌਰ ਤੇ ਲਿਖ ਸਕਦੇ ਹਾਂ, ਇਕੁਇਲਿਬਰੀਅਮ ਕਾਂਸਟੈਂਟ ਕੀ ਹੋਏਗਾ, ਇਕੁਇਲਿਬਰੀਅਮ ਕਾਂਸਟੈਂਟ ਵਿਲ ਬੀ ਰੇਸ਼ੋ ਆਫ ਕਨਸੈਂਟ੍ਰੇਸ਼ਨ ਆਫ ਜ਼ਿੰਕ ਆਇਨਸ ਓਵਰ ਕਾਪਰ ਆਇਨਸ ਐਟ ਇਕੁਇਲਿਬਰੀਅਮ। ਸੋ ਇਹਦੀ ਜਗ੍ਹਾ ਤੇ ਆਪਾਂ ਰਾਜੇ ਕੀ ਪੁੱਟ ਕਰ ਸਕਦੇ ਹਾਂ, ਹੁਣ ਇਹਦੀ ਜਗ੍ਹਾ ਤੇ ਆਪਾਂ ਕੀ ਕਰ ਸਕਦੇ ਹਾਂ, ਆਪਾਂ K ਲਗਾ ਸਕਦੇ ਹਾਂ। ਸੋ ਇੱਥੇ ਅਸੀਂ ਪੁੱਟ ਕਰਕੇ log ਕੀ ਲਗਾ ਲਾਂਗੇ, Kc ਇਕੁਇਲਿਬਰੀਅਮ ਕਾਂਸਟੈਂਟ ਅਸੀਂ ਨਾਂ ਦੇ ਦਿੱਤਾ। ਸੋ ਇੱਥੋਂ log Kc ਦੀ ਵੈਲਿਊ ਜਿਹੜੀ ਹੈ ਆਪਾਂ ਕੈਲਕੂਲੇਟ ਕਰ ਸਕਦੇ ਹਾਂ ਇਸ ਫਾਰਮੂਲੇ ਦੇ ਨਾਲ। Kc ਦੀ ਵੈਲਿਊ ਇੰਪੋਰਟੈਂਟ ਕਿਉਂ ਹੁੰਦੀ ਹੈ ਰਾਜੇ, ਇਕੁਇਲਿਬਰੀਅਮ ਕਾਂਸਟੈਂਟ ਦਾ ਕਈ ਵਾਰ ਆ ਜਾਂਦਾ, ਇਹਦਾ ਕੀ ਸਿਗਨੀਫੀਕੈਂਸ ਹੈ, ਇਹਦਾ ਕੀ ਫਾਇਦਾ ਹੈਗਾ, ਉਹਦੇ ਵਿੱਚ ਆਪਾਂ ਇਹ ਦੇਖਣਾ ਕਿ ਇਕੁਇਲਿਬਰੀਅਮ ਕਾਂਸਟੈਂਟ ਦਾ ਇਹ ਫਾਇਦਾ ਹੈ ਅਗਰ K ਦੀ ਵੈਲਿਊ ਨਿਕਲ ਆਏ ਆਪਣੇ ਕੋਲ ਤਾਂ K ਦੀ ਵੈਲਿਊ ਤੋਂ ਸਾਨੂੰ ਐਕਸਟੈਂਟ ਆਫ ਰਿਐਕਸ਼ਨ ਪਤਾ ਲੱਗ ਜਾਂਦੀ ਹੈ ਕਿ ਰਿਐਕਸ਼ਨ ਜਿਹੜਾ ਕਿੰਨੀ ਦੇਰ ਤੱਕ ਚੱਲੇਗਾ ਔਰ ਕਿੰਨਾ ਚੱਲੇਗਾ। ਇਹ ਰਿਐਕਸ਼ਨ ਜਿਹੜਾ ਫਾਸਟਰ ਹੋਏਗਾ, ਜ਼ਿਆਦਾ ਹੋਏਗਾ, ਇਹਦੀ ਐਕਸਟੈਂਟ ਚੱਲਣ ਦੀ ਕਿੰਨੀ ਹੋਏਗੀ ਉਹ K ਦੀ ਵੈਲਿਊ ਤੇ ਡਿਪੈਂਡ ਕਰਦਾ। ਜਿੰਨੀ K ਦੀ ਵੈਲਿਊ ਜ਼ਿਆਦਾ ਹੋਏਗੀ ਉਨੀ ਐਕਸਟੈਂਟ ਆਫ ਰਿਐਕਸ਼ਨ ਜਿਹੜੀ ਉਹ ਜ਼ਿਆਦਾ ਹੋਏਗੀ। ਅਗਰ K ਦੀ ਵੈਲਿਊ ਘੱਟ ਆਉਂਦੀ ਹੈ ਇਟ ਮੀਨਸ ਐਕਸਟੈਂਟ ਆਫ ਰਿਐਕਸ਼ਨ ਵਿਲ ਬੀ ਸਲੋ ਹੋਏਗੀ। ਸੋ K ਦੀ ਵੈਲਿਊ ਜਿਹੜੀ ਇੰਪੋਰਟੈਂਟ ਹੈ ਕੈਲਕੂਲੇਟ ਕਰਨੀ, ਪਰ ਇਹਨੂੰ ਅਸੀਂ ਨਰਨੈਸਟ ਇਕੁਏਸ਼ਨ ਦੀ ਹੈਲਪ ਦੇ ਨਾਲ ਕੈਲਕੂਲੇਟ ਕਰ ਸਕਦੇ ਹਾਂ, ਠੀਕ ਹੈ ਰਾਜੇ। ਇਸ ਤੋਂ ਬਾਅਦ ਆਪਣੇ ਕੋਲ ਇੱਕ ਹੋਰ ਛੋਟਾ ਜਿਹਾ ਟੌਪਿਕ ਹੈ, ਇਹਦੀ ਨਿਊਮੈਰੀਕਲਸ ਆਪਾਂ ਨਹੀਂ ਬਹੁਤੇ ਲਵਾਂਗੇ ਕਿਉਂਕਿ ਇਹਦੇ ਵਿੱਚ ਫਿਰ ਆਪਣੇ ਕੋਲ ਨਾ ਐਂਟੀ ਲੌਗ ਦਾ ਆ ਜਾਂਦਾ ਕਨਸੈਪਟ, ਔਰ
ਲੌਗ ਵਾਲੇ ਜਿਹੜੇ ਹੈਗੇ ਸਮ ਆਪਾਂ ਨੂੰ ਆਉਂਦੇ ਆ ਤਾਂ ਆਪਾਂ ਨਨੈਸਟ ਇਕੁਏਸ਼ਨ ਦੇ ਕਰ ਲੈਣੇ ਆ ਜਿਹੜੇ ਆਪਾਂ ਨੂੰ ਪੇਪਰ ਦੇ ਵਿੱਚ ਆਉਣਗੇ। ਠੀਕ ਹੈ ਜੀ। ਹੁਣ ਉਸ ਤੋਂ ਬਾਅਦ ਨੈਕਸਟ ਆਪਾਂ ਕੀ ਕਰ ਸਕਦੇ ਆ, ਇਹਦਾ ਰਿਲੇਸ਼ਨ ਇਕੁਇਲਿਬਰੀਅਮ ਕਾਂਸਟੈਂਟ ਦਾ ਬਣਾ ਸਕਦੇ ਆ ਆਪਣੇ ਕੋਲ ਗਿਬਸ ਫ੍ਰੀ એનર્ਜੀ ਦੇ ਨਾਲ। ਇਹ ਵੀ ਇੱਕ ਨਿਊਮੈਰੀਕਲ ਦੇ ਲਈ ਆਪਾਂ ਛੋਟਾ ਜਿਹਾ ਫਾਰਮੂਲਾ ਡਰਾਅ ਕਰ ਲਾਂਗੇ ਤਾਂ ਕਿ ਆਪਾਂ ਨਿਊਮੈਰੀਕਲ ਜਿਹੜਾ ਉਹ ਸੋਲਵ ਕਰ ਸਕੀਏ। ਹੁਣ ਜਦੋਂ ਅਸੀਂ ਇਲੈਕਟ੍ਰੋਕੈਮੀਕਲ ਸੈੱਲ ਦੀ ਗੱਲ ਕਰਦੇ ਆ ਤਾਂ ਸਾਡਾ ਸੈੱਲ ਜਿਹੜਾ ਹੈਗਾ ਉਹ ਵਰਕਿੰਗ ਕਰਦਾ, ਉਹ ਕੈਮੀਕਲ એનર્ਜੀ ਨੂੰ ਇਲੈਕਟ੍ਰੀਕਲ એનર્ਜੀ 'ਚ ਕਨਵਰਟ ਕਰ ਰਿਹਾ ਹੈ। ਵਰਕ ਇਜ਼ ਡਨ ਬਾਈ ਆਵਰ ਸਿਸਟਮ। ਠੀਕ ਹੈ। ਸੋ ਇਲੈਕਟ੍ਰੋਕੈਮੀਕਲ ਸੈੱਲ ਜਿਹੜਾ ਹੈਗਾ ਉਹ ਵਰਕਿੰਗ ਕਰ ਰਿਹਾ, ਵਰਕ ਇਜ਼ ਡਨ ਬਾਈ ਦਾ ਸਿਸਟਮ ਔਨ ਦਾ ਸਰਾਊਂਡਿੰਗ। ਅਗਰ ਵਰਕ ਡਨ ਸਿਸਟਮ ਕਰਦਾ ਹੋਵੇ ਸਰਾਊਂਡਿੰਗ ਦੇ ਉੱਤੇ ਤਾਂ ਉਹ ਨੈਗੇਟਿਵ ਦੇ ਵਿੱਚ ਲਿਆ ਜਾਂਦਾ। ਔਰ ਇਸੇ ਮੈਕਸਿਮਮ ਵਰਕ ਡਨ ਦਾ ਦੂਸਰਾ ਨਾਮ ਹੁੰਦਾ ਹੈ ਗਿਬਸ ਫ੍ਰੀ એનર્ਜੀ। ਗਿਬਸ ਫ੍ਰੀ એનર્ਜੀ ਵੀ ਮੈਕਸਿਮਮ ਵਰਕ ਡਨ ਕਾਊਂਟ ਕਰਦੀ ਹੈ ਜਿਹੜਾ ਕਿ ਸੈੱਲ ਕਰ ਸਕਦਾ ਆ, ਉਹ ਕਨਵਰਸ਼ਨ ਕਰ ਸਕਦਾ ਇਲੈਕਟ੍ਰੀਕਲ એનર્ਜੀ ਦੇ ਵਿੱਚ। ਸੋ ਇਹਨਾਂ ਦੋਨਾਂ ਨੂੰ ਰਿਲੇਟ ਕਰਨ ਦੇ ਲਈ ਅਸੀਂ ਕੀ ਕਰਦੇ ਹਾਂ ਕਿ ਇੱਕ ਫਾਰਮੂਲਾ ਡਰਾਈਵ ਕਰਦੇ ਹਾਂ ਗਿਬਸ ਫ੍ਰੀ એનર્ਜੀ ਦਾ। ਸੋ ਜਿਹੜਾ ਆਪਾਂ ਕਹਿ ਰਹੇ ਹਾਂ ਕਿ ਵਰਕ ਡਨ ਜਿਹੜਾ ਹੈਗਾ ਕੀਤਾ ਜਾਂਦਾ ਆ ਸੈੱਲ ਦੇ ਵੱਲੋਂ ਕੀਤਾ ਜਾਂਦਾ, ਉਹ ਕਿਹਦੇ ਬਰਾਬਰ ਹੋਏਗਾ, ਉਹ ਬਰਾਬਰ ਹੋਏਗਾ ਜਿੰਨਾ ਇਲੈਕਟ੍ਰੀਕਲ ਪੋਟੈਂਸ਼ੀਅਲ ਹੋਏਗਾ ਉਹਦੀ ਗੁਣਾ ਜਿਹੜੀ ਅਸੀਂ ਕਰਾਂਗੇ ਚਾਰਜ ਦੇ ਨਾਲ। ਟੋਟਲ ਚਾਰਜ ਜਿਹੜਾ ਪਾਸ ਹੋਏਗਾ ਫॉर 1 ਸੈਕਿੰਡ ਉਹਦੇ ਨਾਲ ਮਲਟੀਪਲਾਈ ਕਰਾਂਗੇ ਆਪਾਂ ਇਹ ਪੋਟੈਂਸ਼ੀਅਲ ਦੀ, ਇਹ ਆਪਣਾ ਹੋਏਗਾ ਵਰਕ ਡਨ ਬਾय ਦਾ ਸਿਸਟਮ ਜਾਂ ਬਾय ਦਾ ਸੈੱਲ। ਇਹੀ ਵਰਕ ਡਨ ਅਸੀਂ ਡੈਲਟਾ ਜੀ ਦੇ ਬਰਾਬਰ ਲੈ ਲਾਂਗੇ ਤਾਂ ਫਾਰਮੂਲਾ ਆਪਣੇ ਕੋਲ ਬਣ ਜਾਏਗਾ NFE0 ਆਫ ਦਾ ਸੈੱਲ। ਹੁਣ ਇੱਥੇ ਆ ਜੇ ਸੈੱਲ ਦਾ ਪੋਟੈਂਸ਼ੀਅਲ ਆ ਫੈਰਾਡੇ ਦਾ ਕਾਂਸਟੈਂਟ ਆ, ਔਰ ਫੈਰਾਡੇ ਦੀ ਕਾਂਸਟੈਂਟ ਅੱਜ ਆਪਾਂ ਕਰਾਂਗੇ ਇਹਦੀ ਵੈਲਿਊ ਹੁੰਦੀ ਹੈ 96500 ਕੂਲਮ। ਸੋ ਇਹ ਵੈਲਿਊ ਆਪਾਂ ਪੁੱਟ ਕਰਨੀ ਹੁੰਦੀ ਫੈਰਾਡੇ ਦੀ, ਔਰ n ਜਿਹੜੀ ਹੋਏਗੀ ਨੰਬਰ ਆਫ ਆਪਣੇ ਕੋਲ ਗਿਣਤੀ ਹੋਏਗੀ ਜਿਹੜੀ ਹੈ, ਠੀਕ ਹੈ ਨਾ, ਇਲੈਕਟ੍ਰੋਨਸ ਦੀ, ਔਰ ਡੈਲਟਾ ਜੀ ਜਿਹੜੀ ਹੈ ਇਹ ਹੋਏਗਾ ਵਰਕ ਡਨ। ਹੁਣ ਇਹ ਨੈਗੇਟਿਵ ਸਾਈਨ ਮੂਹਰੇ ਪਾ ਦੇਣਾ ਕੈਲਕੂਲੇਸ਼ਨ ਤੋਂ ਪਹਿਲਾਂ। ਆਹ ਫਾਰਮੂਲਾ ਆਪਾਂ ਯੂਜ਼ ਕਰ ਸਕਦੇ ਹਾਂ ਫॉर ਨਿਊਮੈਰੀਕਲ ਕੈਲਕੂਲੇਸ਼ਨ ਕਿ ਇਹਦੇ ਨਾਲ ਆਪਾਂ ਵਰਕ ਡਨ ਕੱਢ ਸਕਦੇ ਹਾਂ, ਔਰ ਉਹ ਨੈਗੇਟਿਵ 'ਚ ਹੋਏਗਾ ਕਿਉਂਕਿ ਵਰਕ ਇਜ਼ ਡਨ ਬਾय ਦਾ ਸਿਸਟਮ ਔਨ ਦਾ ਸਰਾਊਂਡਿੰਗ। ਹੁਣ ਇਹਦਾ ਨਿਊਮੈਰੀਕਲ ਇੱਕ ਚੈੱਕ ਕਰਕੇ ਦੇਖ ਲਈਏ ਆਪਾਂ ਤਾਂ ਕਿ ਆਹ ਫਾਰਮੂਲਾ ਆਪਾਂ ਨੂੰ ਅਪਲਾਈ ਕਰਨਾ ਆ ਜੇ। ਇਹ ਛੋਟੇ ਛੋਟੇ ਨਿਊਮੈਰੀਕਲ ਜਿਹੜੇ 2-2 ਨੰਬਰ 'ਚ ਆਉਂਦੇ ਨੇ ਉਹਨਾਂ 'ਚ ਆ ਜਾਂਦਾ। ਕੈਲਕੂਲੇਟ ਦਾ ਮੈਕਸਿਮਮ ਵਰਕ ਡਨ ਕੱਢਣਾ ਤੁਸੀਂ। ਸੈੱਲ ਦਿੱਤਾ ਹੋਇਆ Zn/Zn+2 ਸਾਲਟ ਬ੍ਰਿਜ copper+2 copper, ਇਹ ਹੋ ਗਿਆ ਤੁਹਾਡਾ ਸੈੱਲ। ਔਰ ਗਿਵਨ ਦੈਟ ਤੁਹਾਨੂੰ ਦੋ ਪੋਟੈਂਸ਼ੀਅਲ ਦਿੱਤੇ ਹੋਏ ਆ, ਇੱਕ E0 ਰਿਡਕਸ਼ਨ ਦਾ ਹੀ ਦਿੱਤਾ ਜਾਊਗਾ ਰਾਜੇ, ਧਿਆਨ ਰੱਖਿਓ ਪੋਟੈਂਸ਼ੀਅਲ ਸਾਰੇ ਕਨਵਰਟ ਕੀਤੇ ਹੋਏ ਆ ਰਿਡਕਸ਼ਨ ਦੇ ਵਿੱਚ, ਕੋਈ ਵੀ ਆਕਸੀਡੇਸ਼ਨ ਦਾ ਪੋਟੈਂਸ਼ੀਅਲ ਆਪਾਂ ਨੂੰ ਨਹੀਂ ਦਿੱਤਾ ਜਾਊਗਾ। 0.76 ਨੈਗੇਟਿਵ ਵੋਲਟ ਚਾਹੇ। ਕਾਪਰ ਦਾ ਵੀ ਇਸੇ ਤਰ੍ਹਾਂ ਆਪਾਂ ਨੂੰ ਦਿੱਤਾ ਹੋਇਆ copper+2 copper, ਇਹ ਹੈਗਾ ਰਾਜੇ 0.34 ਵੋਲਟ। ਹੁਣ ਆਪਾਂ ਨੇ ਕੀ ਕਰਨਾ ਮੈਕਸਿਮਮ ਵਰਕ ਡਨ। ਸੋ ਆਪਾਂ ਇੱਥੇ ਡੈਲਟਾ ਜੀ ਦੀ ਵੈਲਿਊ ਕੈਲਕੂਲੇਟ ਕਰਨੀ ਹੈ -NFE0 ਆਫ ਦਾ ਸੈੱਲ। ਹੁਣ ਦੇਖੋ ਵੀ ਇੱਥੇ ਆ ਚੀਜ਼ ਆਪਾਂ ਭਰਨੀ ਹੈ ਆਪਣੇ ਕੋਲ ਕੀ ਹੈਗਾ ਕੀ ਨਹੀਂ ਹੈਗਾ। n ਤਾਂ ਆਪਾਂ ਨੰਬਰ ਆਫ ਇਲੈਕਟ੍ਰੋਨਸ ਦੇਖ ਰਹੇ ਆ, 2 ਦਾ ਲੈਣ ਦੇਣ ਹੋ ਰਿਹਾ, ਆਪਾਂ 2 ਭਰ ਦਾਂਗੇ। f ਦੀ ਵੈਲਿਊ 96500 ਕੂਲਮਸ ਭਰ ਦੇਵਾਂਗੇ। ਰਹਿ ਗਿਆ ਆਪਣੇ ਕੋਲ E0 ਆਫ ਦਾ ਸੈੱਲ, ਇਹ ਕੱਢਣਾ ਪਏਗਾ। ਇਹ ਤਾਂ ਆਪਾਂ ਨੂੰ ਆਉਂਦਾ ਹੀ ਹੈ ਸੈੱਲ ਦਾ ਕੱਢਣਾ, ਸਿੰਪਲ ਫਾਰਮੂਲਾ E0 ਆਫ ਦਾ ਸੈੱਲ ਇਜ਼ ਇਕੁਅਲ ਟੂ E0 ਇਹ ਸਟੈਂਡਰਡ ਹੋਏਗਾ ਨਾ ਕੈਥੋਡ ਮਾਈਨਸ ਐਨੋਡ, ਇਹ ਸਿੰਪਲ ਨਿਕਲ ਜਾਏਗਾ। ਹੁਣ ਕੈਥੋਡ ਕੌਣ ਆ ਕੈਥੋਡ ਆ ਐਨੋਡ। ਕਾਪਰ ਦਾ ਮੋਰੇ ਲਿਖ ਲਓ 0.34 ਮਾਈਨਸ ਇਹਦੀ ਵੀ ਮਾਈਨਸ ਲਾਉਣੀ ਪੈਣੀ ਹੈ 0.76, ਇਹ ਆ ਗਿਆ 0.34 ਪਲੱਸ 0.76। ਇਹ ਤੁਹਾਡੇ ਕੋਲ ਟੋਟਲ ਪਲੱਸ ਕਰਕੇ ਦੇਖ ਲਿਓ ਕਿੰਨਾ ਨਿਕਲਦਾ ਆ 1.10 ਵੋਲਟ ਆ ਜਾਏਗਾ ਮੇਰੇ ਹਿਸਾਬ ਨਾਲ ਜੋੜ ਕਰਕੇ 1.10 ਵੋਲਟ। ਜਦੋਂ ਇਹ ਨਿਕਲ ਗਿਆ ਫਿਰ ਆਪਾਂ ਡੈਲਟਾ ਜੀ ਦੇਖੋ ਈਜ਼ੀਲੀ ਕੈਲਕੂਲੇਟ ਕਰ ਪਾਵਾਂਗੇ। ਮਾਈਨਸ n ਦੀ ਜਗ੍ਹਾ 2 ਆ ਗਿਆ, 96500 ਕੂਲਮ ਆ ਗਿਆ, E0 ਦੀ ਵੈਲਿਊ 1.10 ਆ ਗਈ। ਇਹਦੀ ਕੈਲਕੂਲੇਸ਼ਨ ਤੋਂ ਤੁਸੀਂ ਆਨਸਰ ਜਿਹੜਾ ਫਾਈਂਡ ਆਊਟ ਕਰ ਲਓਗੇ, ਔਰ ਤੁਹਾਡਾ ਆਨਸਰ ਜਿਹੜਾ ਆਏਗਾ ਤੁਸੀਂ ਇਹਨੂੰ ਜੂਲ ਦੇ ਵਿੱਚ ਵੀ ਕੱਢ ਸਕਦੇ ਹੋ, ਕਿਲੋ ਜੂਲ 'ਚ ਵੀ ਕੱਢ ਸਕਦੇ ਆ। ਇਹ -200 ਇਹ ਹੈਗਾ ਰਾਜੇ ਆਨਸਰ -212300, ਇਹ ਆਪਾਂ ਜੂਲ ਦੇ ਵਿੱਚ ਕੱਢਿਆ। ਜੇ ਤੁਸੀਂ 1000 ਨਾਲ ਡਿਵਾਈਡ ਕਰੋਗੇ ਨਾ ਇਹਦੀ ਵੈਲਿਊ ਨੂੰ ਤਾਂ ਇਹ ਤੁਹਾਡੇ ਕੋਲ ਕਿਲੋ ਜੂਲ ਦੇ ਵਿੱਚ ਆ ਜਾਏਗਾ। ਕਲੀਅਰ। ਸੋ ਇਹ ਆਨਸਰ ਤੁਹਾਡਾ ਪਹਿਲੇ ਨਿਊਮੈਰੀਕਲ ਦਾ ਆ ਗਿਆ। ਐਸੇ ਤਰੀਕੇ ਆਪਾਂ ਸੇਮ ਫਾਰਮੂਲਾ ਦਾ ਨਿਊਮੈਰੀਕਲ ਜਿਹੜਾ ਇੱਕ ਅੱਧਾ ਪ੍ਰੈਕਟਿਸ ਲਈ ਕਰ ਸਕਦੇ ਹਾਂ ਕਿ ਆਪਾਂ ਨੂੰ ਇਹ ਵਾਲਾ ਫਾਰਮੂਲਾ ਕੱਢਣਾ ਆ ਜੇ ਜਿਹਦੇ ਨਾਲ ਵਰਕ ਡਨ ਨਿਕਲ ਜਾਏਗਾ। ਇਹ ਸ਼ਾਰਟ ਫਾਰਮੂਲੇ ਹੈਗੇ, ਯਾਨੀ ਕਿ ਸ਼ਾਰਟ ਜਿਹੜੇ ਨਿਊਮੈਰੀਕਲਸ ਹੈਗੇ ਆਪਣੇ ਕੋਲ। ਇਹਦੇ ਲਈ ਆਪਣੇ ਕੋਲ ਅਗਲਾ ਨਿਊਮੈਰੀਕਲ ਹੈਗਾ ਰਾਜੇ ਜ਼ਿੰਕ ਦਾ ਸੈੱਲ ਹੈਗਾ ਆਪਣੇ ਕੋਲ। ਜ਼ਿੰਕ ਸਿਲਵਰ ਆਕਸਾਈਡ will be used in hearing aids and electric watches। ਆਪਾਂ ਨੂੰ ਦਿੱਤਾ ਹੋਇਆ ਰਾਜੇ ਦੋ ਇਕੁਏਸ਼ਨਸ ਦਿੱਤੀਆਂ ਹੋਈਆਂ, ਇੱਕ ਤਾਂ ਜ਼ਿੰਕ ਦੀ ਦਿੱਤੀ ਹੋਈ ਹੈ Zn+2+2 ਇਲੈਕਟ੍ਰੋਨ ਚ ਕਨਵਰਟ ਹੋ ਰਿਹਾ, ਔਰ ਇਹਦਾ ਪੋਟੈਂਸ਼ੀਅਲ ਨਾਲ ਦਿੱਤਾ E0
इज इक्वल टू ये हैगा 0.76 वोल्ट। लो जी नैक्सट आपां नूं दिता है सिल्वर ऑक्साइड Ag2O प्लस वाटर, ये बन रहे हैं 2 इलैक्ट्रॉन का गेन ये कर रहे हैं और ये बन रहा तुहाडे कोल 2Ag प्लस 2OH नेगेटिव। E0 जिहड़ी है दी दित्ती है तुहानूं 0.344 वोल्ट। हुण कढना कि तुसीं फाइंड पहला तो ये दसो विच इज ऑक्सीडाइज्ड एंड विच इज रिड्यूस्ड। एक गल ये दसनी है फाइंड E0 ऑफ द सेल एंड डेल्टा G0 इन ਆਪਾਂ ਨੂੰ ਕੱਢਣੀ ਪੈਣੀ ਹੈ। ਇਹ ਜੂਲਸ ਦੇ ਵਿੱਚ ਪੁੱਛੀ ਹੈ, ਜਿਹੜੀ ਵੀ ਆਪਾਂ ਨੂੰ ਯੂਨਿਟ ਦੇ ਵਿੱਚ ਪੁੱਛਿਆ ਹੋਵੇ ਉਹਨੂੰ ਆਪਾਂ ਬਣਾ ਸਕਦੇ ਹਾਂ ਜਾਂ ਉਹਨੂੰ ਆਪਾਂ ਰਜੇ ਕਨਵਰਟ ਕਰ ਸਕਦੇ ਹਾਂ। ਕਲੀਅਰ ਜੀ। ਲਓ ਜੀ ਹੁਣ ਪਹਿਲਾਂ ਆਪਾਂ ਨੂੰ ਪੁੱਛਿਆ ਵੀ ਇਹ ਚ ਸੈੱਲ ਦੇ ਵਿੱਚ ਕੌਣ ਆਕਸੀਡਾਈਜ਼ ਹੋਇਆ ਕੌਣ ਰਿਡਿਊਸ। ਆਕਸੀਡੇਸ਼ਨ ਕਿਹਨੇ ਕੀਤੀ ਰਜੇ? ਜ਼ਿੰਕ ਨੇ। ਸੋ ਜ਼ਿੰਕ ਵਿਲ ਬੀ ਆਕਸੀਡਾਈਜ਼ਡ। ਏਜੈਂਟ ਨੇ ਪੁੱਛਿਆ, ਵੈਸੇ ਪੁੱਛਿਆ ਵੀ ਆਕਸੀਡੇਸ਼ਨ ਕਿਹਨੇ ਕੀਤੀ ਆ, ਰਿਡਕਸ਼ਨ ਕਿਹਨੇ ਕੀਤੀ ਆ ਹੋ गया रिड्यूस्ड सिल्वर ऑक्साइड। इन्हें गेन किए इलैक्ट्रॉन्स, इन्हें लूज किया। सो पहला आंसर तुसी ये दे देना भी ऑक्सीडाइज कौन होया ते रिड्यूस कौन होया। सैकेंड आपां नूं पुछया गया है कि तुसी इहदा एक तां आह कड्डो इलैक्ट्रोड पोटेंशियल टोटल कड्डो, फिर डेल्टा जी दी वैल्यू भी कड्डो। सो पहला आपां E ऑफ द सेल कड्डांगे, E0 ऑफ द सेल E कैथोड माइनस एनोड। लो जी हुण तुसी देखो भी कैथोड कौन है एनोड कौन है। इस सेल च जिंक इलैक्ट्रॉन लूज कर दी है और सिल्वर गेन कर दिया। कैथोड का काम सिल्वर करूगी, एनोड का काम कौन करेगी? जिंक। कैथोड का पोटेंशियल गेन करने का पहला आएगा 0.344 वोल्ट माइनस एनोड का पोटेंशियल पीछे आएगा। पर हुण एक गल तुसीं नोट कर लेनी है कि जिहड़ा ये पोटेंशियल दिता गया तुहानूं इस इक्वेशन का दिता और इक्वेशन काहदी है रजे? ऑक्सीडेशन दी। ਇਹਦਾ मतलब पोटेंशियल की वैल्यू कादी है? ऑक्सीडेशन की। पर असी कादी यूज करनी होंदी है हमेशा? रिडक्शन की, क्योंकि आ भी पोटेंशियल रिडक्शन की फॉर्म च है, इनू भी कादे च कन्वर्ट करना है रिडक्शन। इस इक्वेशन च तुहानूं ऑक्सीडेशन दिता होया तद इहदे मूहरे माइनस नहीं लगी हुई, ये प्लस च आ गया। ये तुहाडा ऑक्सीडेशन पोटेंशियल है क्योंकि इक्वेशन के नाल देता और इक्वेशन लॉस शो कर रही है, इट मीनस इट इज ऑक्सीडेशन पोटेंशियल। अगर इनू आपां रिडक्शन बनाना होवे वैल्यू अपनी इन्नी रह जूगी, इहदे मूहरे साइन की आ जाएगा रजे? नेगेटिव आ जाएगा। फिर असी रिडक्शन की फॉर्म च इनू लिखांगे माइनस 0.76 वोल्ट। सो इत्थे असी भरांगे माइनस 0.76 वोल्ट। सो ये तुहाडा कैलकुलेट करके आ जाना है 1.104 वोल्ट, 1.104 वोल्ट। ये तुसी प्लस कर लेना, इन्ना तुहाडा आंसर आ जाएगा क्योंकि इत्थे माइनस माइनस प्लस बन जाएगी। फिर तुसी डेल्टा जी सिंपल कट लेनी है माइनस NF E0 ऑफ द सेल। ਇਹਦੇ ਚੋਂ n ਦੀ ਵੈਲਿਊ f ਦੀ ਵੈਲਿਊ ਭਰ ਕੇ E0 ਜਿਹੜੀ ਆਪਣੀ ਨਿਕਲੀ ਆ ਉਹ ਆਪਾਂ ਭਰ ਦਾਂਗੇ ਔਰ ਇਹਦੇ ਨਾਲ ਜਿਹੜਾ ਤੁਹਾਡਾ ਕੈਲਕੂਲੇਸ਼ਨ ਆ ਜਾਏਗੀ। ਲॉस ਤੇ n ਦੀ ਵੈਲਿਊ ਰੇ ਜੇ 2 ਹੀ ਭਰਨੀ ਹੈ ਕਿਉਂਕਿ 2 ਦਾ ਲੈਣ ਦੇਣ ਹੋਇਆ ਨਾ, n 2 ਹੋ ਜਾਏਗੀ। 96500 ਕੂਲਮ ਆਪਣੇ ਕੋਲ ਚਾਰਜ ਹੋ ਜਾਏਗਾ। E0 ਆਪਾਂ ਕੱਢ ਹੀ ਲਿਆ 1.104, ਬਾਕੀ ਇਹਨੂੰ ਕੈਲਕੂਲੇਟ ਕਰਕੇ ਤੁਸੀਂ ਡੈਲਟਾ ਜੀ ਕੈਲਕੂਲੇਟ ਕਰ ਸਕਦੇ ਆ। ਸੋ ਇੱਕ ਨਵਾਂ ਫਾਰਮੂਲਾ ਸੀਗਾ ਜਿਹਦੇ ਨਾਲ ਆਪਾਂ ਮੈਕਸਿਮਮ ਵਰਕ ਡਨ ਜਿਹੜਾ ਹੈਗਾ ਉਹ ਕੈਲਕੂਲੇਟ ਕਰ ਪਾਵਾਂਗੇ। ਹੁਣ ਆਪਾਂ ਨੈਕਸਟ ਟੌਪਿਕ ਤੇ ਜਾ ਰਹੇ ਹਾਂ ਰਾਜੇ। ਇਹ ਤਾਂ ਸੀ ਆਪਣਾ ਇਲੈਕਟ੍ਰੋਕੈਮੀਕਲ ਸੈੱਲ ਬਾਰੇ ਆਪਾਂ ਨੌਲੇਜ ਲੈ ਲਈ, ਠੀਕ ਹੈ। ਆਪਾਂ ਦੋ ਤਰ੍ਹਾਂ ਦੇ ਸੈੱਲ ਦੀ ਗੱਲ ਕੀਤੀ ਸੀਗੀ ਚੈਪਟਰ ਦੇ ਸ਼ੁਰੂ ਦੇ ਵਿੱਚ। ਇੱਕ ਤਾਂ ਇਲੈਕਟ੍ਰੋਕੈਮੀਕਲ ਸੈੱਲ ਸੀ, ਅੱਜ ਆਪਾਂ ਇਨਫੋਰਮੇਸ਼ਨ ਹੋਰ ਲਵਾਂਗੇ ਜਿਹੜੀ ਉਹ ਹੈ ਦੂਸਰਾ ਸੈੱਲ ਦੈਟ ਇਜ਼ ਇਲੈਕਟ੍ਰੋਲਿਟਿਕ ਸੈੱਲ। ਇਹ ਆਪਣੇ ਸਿਲੇਬਸ ਦੇ ਵਿੱਚ ਜ਼ਿਆਦਾ ਨਹੀਂ ਹੈਗਾ, ਆਪਣੇ ਸਿਲੇਬਸ ਦੇ ਵਿੱਚ ਜ਼ਿਆਦਾ ਜਿਹੜਾ ਸੀਗਾ ਉਹ ਇਲੈਕਟ੍ਰੋਕੈਮੀਕਲ ਸੈੱਲ ਸੀਗਾ। ਔਰ ਜਿਹੜਾ ਆਪਾਂ ਨੇ ਡਿਟੇਲ ਚ ਕਰ ਲਿਆ ਵੀ ਕੀ ਆਪਾਂ ਕਿੱਦਾਂ ਪੋਟੈਂਸ਼ੀਅਲ ਕੱਢ ਸਕਦੇ ਹਾਂ, ਕੀ ਆਪਣੇ ਕੋਲ ਇਲੈਕਟ੍ਰੋਕੈਮੀਕਲ ਸੈੱਲ ਕਿੱਦਾਂ ਵਰਕਿੰਗ ਕਰਦਾ। लेकिन कुछ नॉलेज अपनी इलैक्ट्रोलिटिक सैल की भी चाहिए है। स्टार्टिंग के मैं दसिया सी तुहानूं कि इलैक्ट्रोलिटिक सैल वो सैल होंदे आ जिहड़े कि इलैक्ट्रिकल एनर्जी का यूज़ करके उन्होंने कैमीकल एनर्जी कन्वर्ट करते हैं, तो जिहड़े इलैक्ट्रोकैमिकल सैल आ वो कैमीकल एनर्जी नूं इलैक्ट्रिकल एनर्जी बदलते हैं, तो इलैक्ट्रिक एनर्जी नूं कैमीकल एनर्जी बदलते हैं। यानी इन्हां नूं होण वास्ते आपां नूं कंटीन्यूअसली इलैक्ट्रिसिटी सप्लाई करनी पैंदी है, देनी पैंदी है। जिन्नी देर तक आपां दे चलांगे रिएक्शन चलता रहिंदा, अगर नहीं देवांगे तो रिएक्शन जिहड़ा स्टॉप हो जाता। सो मतलब बाहरली इलैक्ट्रिकल एनर्जी आपां सप्लाई करते हैं जिहदी हैल्प दे नाल रिएक्शन कंटीन्यू रहिंदा। जिहड़ा आपां इलैक्ट्रोकैमिकल सैल सी ਉਹਦੇ ਵਿੱਚ ਅਸੀਂ ਰਿਐਕਸ਼ਨ ਦੀ એનર્ਜੀ ਯੂਜ਼ ਕਰਦੇ ਆ ਬਿਜਲੀ ਬਣਾਉਣ ਲਈ, ਤਾਂ ਉਹ ਰਿਐਕਸ਼ਨ ਸਪੌਂਟੇਨੀਅਸ ਹੁੰਦਾ ਆ, ਜਿਹੜੇ ਆਪਣੇ ਆਪ ਹੁੰਦੇ ਆ, ਰਿਡੌਕਸ ਰਿਐਕਸ਼ਨ ਹੁੰਦੇ ਆ। ਪਰ ਜਿਹੜੇ ਇਲੈਕਟ੍ਰੋਲਿਟਿਕ ਸੈੱਲ ਦੇ ਵਿੱਚ ਆਪਾਂ ਰਿਐਕਸ਼ਨ ਲਵਾਂਗੇ ਨਾਨ ਸਪੌਂਟੇਨੀਅਸ ਹੈ, ਜਿਹੜਾ ਆਪਣੇ ਆਪ ਨਹੀਂ ਹੋਏਗਾ, ਉਹਦੇ ਚੋਂ ਕੋਈ એનર્ਜੀ ਨਹੀਂ ਨਿਕਲਣੀ। ਆਪਾਂ ਬਾਹਰੋਂ ਇਲੈਕਟ੍ਰਿਸਿਟੀ ਦੇਵਾਂਗੇ ਜਿਹਦੇ ਨਾਲ ਉਹ એનર્ਜੀ ਜਿਹੜੀ ਆ
ਰਿਐਕਸ਼ਨ ਦੀ એનર્ਜੀ ਨੂੰ ਕੈਮੀਕਲ એનર્ਜੀ 'ਚ ਕਨਵਰਟ ਕਰਕੇ ਪ੍ਰੋਡਕਟ ਬਣਾਏਗੀ। ਸੋ ਉਹ ਆਪਣੇ ਕੋਲ ਚੇਂਜ ਆਏਗਾ। ਠੀਕ ਹੈ। ਦੂਜੀ ਗੱਲ ਇਹ ਧਿਆਨ ਰੱਖਣੀ ਹੈ ਵੀ ਇਲੈਕਟ੍ਰੋਲਾਈਟਿਕ ਸੈੱਲ ਇਸ ਤਰ੍ਹਾਂ ਦਾ ਹੁੰਦਾ ਕਿ ਆਪਾਂ ਇੱਕੋ ਹੀ ਕੰਟੇਨਰ ਯੂਜ਼ ਕਰ ਸਕਦੇ ਹਾਂ। ਉਹਦੇ 'ਚ ਆਪਾਂ ਦੋ ਕਰਦੇ ਆ ਨਾ, ਇੱਕ ਆਕਸੀਡੇਸ਼ਨ ਹਾਫ ਸੈੱਲ ਬਣਾਉਂਦੇ ਆ, ਇੱਕ ਆਪਾਂ ਰਿਡਕਸ਼ਨ ਹਾਫ ਸੈੱਲ ਬਣਾਉਂਦੇ ਆ। ਇਹ 'ਚ ਆਪਾਂ ਸਿੰਗਲ ਦੇ ਵਿੱਚ ਕਰ ਸਕਦੇ ਹਾਂ। ਇਹਦੇ ਵਿੱਚ ਆਪਾਂ ਨੇ ਦੋ ਇਲੈਕਟ੍ਰੋਡ ਸੈੱਟ ਕਰਨੀਆਂ ਹੁੰਦੀਆਂ। ਦੋ ਇਲੈਕਟ੍ਰੋਡ ਦਾ ਕਨੈਕਸ਼ਨ ਜਿਹੜਾ ਹੁੰਦਾ ਆਪਾਂ ਨੇ ਰਾਜੇ ਬਿਜਲੀ ਦੇ ਨਾਲ ਦੇਣਾ ਹੁੰਦਾ, ਯਾਨੀ ਬੈਟਰੀ ਦੇ ਨਾਲ ਆਪਾਂ ਇਹ ਦੋਨੋਂ ਇਲੈਕਟ੍ਰੋਡਸ ਜੋੜਨੀਆਂ ਹੁੰਦੀਆਂ। ਇੱਥੇ ਆਪਾਂ ਸੋਲੂਸ਼ਨ ਘੋਲ ਲੈਣਾ ਹੁੰਦਾ। ਉਸ ਘੋਲ ਦੇ ਵਿੱਚ ਆਪਾਂ ਕੀ ਲੈਣਾ ਰਾਜੇ, ਇਲੈਕਟ੍ਰੋਲਾਈਟ। ਕੱਲ ਵੀ ਮੈਂ ਦੱਸਿਆ ਸੀ ਇਲੈਕਟ੍ਰੋਲਾਈਟ ਇੱਕ ਇੱਦਾਂ ਦਾ ਸੋਲੂਸ਼ਨ ਹੋਏਗਾ ਜਿਹੜਾ ਆਇਨਸ ਵਿੱਚ ਬ੍ਰੇਕ ਹੋ ਜਾਏਗਾ, ਕਿਉਂਕਿ ਬਿਜਲੀ ਲਗਾਉਣ ਤੇ ਆਇਨਸ ਬਣਨੇ ਚਾਹੀਦੇ ਆ ਤਾਂ ਹੀ ਰਿਐਕਸ਼ਨ ਚੱਲੂਗਾ। ਇੱਥੇ ਆਪਾਂ ਘੋਲ ਇਲੈਕਟ੍ਰੋਲਾਈਟ ਯੂਜ਼ ਕਰਾਂਗੇ, ਕਦੇ ਵੀ ਨੌਨ ਇਲੈਕਟ੍ਰੋਲਾਈਟ ਨਹੀਂ ਲੈਣਾ। ਹੁਣ ਜਦੋਂ ਇਲੈਕਟ੍ਰਿਸਿਟੀ ਪਾਸ ਹੋਣੀ ਸ਼ੁਰੂ ਹੋ ਗਈ, ਆਪਣੇ ਆਪ ਆਇਨਸ ਜਿਹੜੇ ਹੈਗੇ ਇਹਦੇ ਵਿੱਚ ਬਣਨੇ ਸ਼ੁਰੂ ਹੋ ਜਾਣਗੇ। ਜਿਹੜੀਆਂ ਇਲੈਕਟ੍ਰੋਡਸ ਹੋਣਗੀਆਂ ਉਹਨਾਂ ਦੇ ਅਸੀਂ ਨਾਂ ਰੱਖ ਦਾਂਗੇ। ਇੱਕ ਐਨੋਡ ਹੋਏਗੀ ਰਾਜੇ, ਇੱਕ ਜਿਹੜੀ ਹੈ ਕੈਥੋਡ ਹੋਏਗੀ। ਐਨੋਡ ਜਿਹੜੀ ਹੋਏਗੀ ਇੱਥੇ ਤੁਹਾਡੀ ਪੋਜ਼ਿਟਿਵ ਇਲੈਕਟ੍ਰੋਡ ਹੋਏਗੀ, ਕੈਥੋਡ ਜਿਹੜੀ ਹੈ ਨੈਗੇਟਿਵ ਇਲੈਕਟ੍ਰੋਡ ਹੋਏਗੀ, ਜਿਹੜੀ ਬੈਟਰੀ ਦੇ ਨੈਗੇਟਿਵ ਟਰਮੀਨਲ ਨਾਲ ਜੁੜੀ ਹੈ, ਇਹ ਪੋਜ਼ਿਟਿਵ ਨਾਲ ਜੁੜੀ ਹੈ। ਸੋ ਜਿਹੜੇ ਆਇਨਸ ਹੋਣਗੇ ਤੁਹਾਡੇ ਕੋਲ ਦੋ ਤਰ੍ਹਾਂ ਦੇ ਆਇਨਸ ਬਣਨੇ ਸ਼ੁਰੂ ਹੋ ਜਾਣਗੇ। ਪੋਜ਼ਿਟਿਵ ਵੀ ਬਣਨਗੇ, ਸੋਲੂਸ਼ਨ 'ਚ ਕਿਹੜੇ ਬਣਨਗੇ, ਨੈਗੇਟਿਵ। ਜਿਹੜੇ ਤਾਂ ਪੋਜ਼ਿਟਿਵ ਆਇਨਸ ਆ ਰਾਜੇ ਉਹ ਇੱਥੇ ਇਕੱਠੇ ਹੋਣੇ ਸ਼ੁਰੂ ਹੋ ਜਾਣਗੇ, ਡਿਪੋਜ਼ਿਟ ਹੋ ਜਾਣਗੇ। ਜਿਹੜੇ ਨੈਗੇਟਿਵ ਆਇਨਸ ਆ ਉਹ ਤੁਹਾਡੀ ਪੋਜ਼ਿਟਿਵ ਪਲੇਟ ਦੇ ਕੋਲ ਜਾ ਕੇ ਜਮ੍ਹਾਂ ਹੋਣੇ ਸ਼ੁਰੂ ਹੋ ਜਾਣਗੇ, ਤਾਂ ਆਪਣੇ ਕੋਲ ਦੋਨੋਂ ਪ੍ਰੋਡਕਟ ਜਿਹੜੇ ਆ ਅਲੱਗ-ਅਲੱਗ ਬਣ ਜਾਣਗੇ। ਸੋ ਇਹ ਜਿਹੜਾ ਪ੍ਰੋਸੈਸ ਹੈਗਾ ਇਲੈਕਟ੍ਰੋਲਾਈਟਿਕ ਸੈੱਲ 'ਚ ਹੁੰਦਾ। ਜਿਹੜਾ ਇਹ ਇਲੈਕਟ੍ਰੋਲਾਈਟਿਕ ਸੈੱਲ ਲਈ ਆਪਾਂ ਬਰਤਨ ਯੂਜ਼ ਕਰਦੇ ਆ, ਇਹ ਗਲਾਸ ਦਾ ਲੈਣਾ ਪੈਂਦਾ, ਜਾਂ ਫਿਰ ਕੋਈ ਇਦਾਂ ਦਾ ਮਟੀਰੀਅਲ ਹੋ ਜਿਹੜਾ ਇਲੈਕਟ੍ਰਿਸਿਟੀ ਦਾ ਕੰਡਕਟਰ ਨਾ ਹੋਵੇ, ਤਾਂ ਕਿ ਇਹ ਨਾ ਹੋਵੇ ਕਿ ਬਰਤਨ 'ਚ ਹੀ ਕਰੰਟ ਆ ਜੇ। ਉਸ ਤੋਂ ਬਾਅਦ ਫਿਰ ਆਇਨਸ ਜਿਹੜੇ ਹੈਗੇ ਉਹ ਆਪਣੇ ਐਨੋਡ ਤੇ ਕੈਥੋਡ ਤੇ ਮੂਵ ਕਰਨਗੇ। ਇੱਕ ਖਾਸ ਧਿਆਨ ਰੱਖਿਓ, ਇੱਥੇ ਮੈਂ ਐਨੋਡ ਜਿਹੜੀ ਹੈ ਉਹ ਪੋਜ਼ਿਟਿਵ ਇਲੈਕਟ੍ਰੋਡ ਦੱਸੀ ਹੈ, ਜਦ ਕਿ ਜਿਹੜਾ ਇਲੈਕਟ੍ਰੋਕੈਮੀਕਲ ਸੈੱਲ ਸੀ ਜਿੱਥੇ ਆਕਸੀਡੇਸ਼ਨ ਹੁੰਦੀ ਹੈ, ਜਿੱਥੇ ਇਲੈਕਟ੍ਰੋਨ ਦਾ ਲਾਸ ਹੁੰਦਾ, ਉਸ ਇਲੈਕਟ੍ਰੋਨ ਨੂੰ ਅਸੀਂ ਨੈਗੇਟਿਵ ਇਲੈਕਟ੍ਰੋਡ ਕਹਿੰਦੇ ਆ। ਸੋ ਐਨੋਡ ਨੈਗੇਟਿਵ ਹੁੰਦੀ ਹੈ ਇਲੈਕਟ੍ਰੋਕੈਮੀਕਲ ਸੈੱਲ 'ਚ, ਪਰ ਇਲੈਕਟ੍ਰੋਲਾਈਟਿਕ ਸੈੱਲ 'ਚ ਕੀ ਹੈ, ਪੋਜ਼ਿਟਿਵ ਹੋ ਜਾਂਦੀ ਹੈ। ਸੋ ਇਹ ਹੈ ਤੁਹਾਡਾ ਇਲੈਕਟ੍ਰੋਲਾਈਟਿਕ ਸੈੱਲ। ਇਸ ਤਰੀਕੇ ਦੇ ਨਾਲ ਆਇਨਸ ਜਿਹੜੇ ਸੈਪਰੇਟ ਹੋ ਕੇ ਪ੍ਰੋਡਕਟ ਜਿਹੜਾ ਇੱਥੇ ਇਕੱਠਾ ਹੋ ਜਾਊਗਾ ਇਲੈਕਟ੍ਰੋਡਸ ਦੇ ਉੱਤੇ, ਉਹ ਤੋਂ ਫਿਰ ਅਸੀਂ ਅਲੱਗ ਕਰ ਲਾਂਗੇ। ਹੁਣ ਇੱਥੇ ਇੱਕ ਮੇਨ ਕੁਐਸਚਨ ਪਹਿਲਾਂ ਹੀ ਆ ਜਾਂਦਾ ਆਪਣੇ ਕੋਲ ਕਿ ਇਲੈਕਟ੍ਰੋਕੈਮੀਕਲ ਸੈੱਲ ਤੇ ਇਲੈਕਟ੍ਰੋਲਾਈਟਿਕ ਸੈੱਲ 'ਚ ਫਰਕ ਕੀ ਆ। ਹੁਣ ਜਿੱਦਾਂ ਆਪਾਂ ਬਣਾਇਆ ਆਪਾਂ ਨੂੰ ਫਰਕ ਕਲੀਅਰ ਨਜ਼ਰ ਆਏ। ਪਹਿਲਾ ਫਰਕ ਤਾਂ ਤੁਸੀਂ ਇਹੀ ਦੱਸ ਦੋਗੇ ਕਿ ਇਲੈਕਟ੍ਰੋਕੈਮੀਕਲ ਸੈੱਲ 'ਚ ਆਪਾਂ ਜਿਹੜੀ ਕੈਮੀਕਲ એનર્ਜੀ ਹੈ ਨਾ ਰਿਐਕਸ਼ਨ ਦੀ, ਉਹਨੂੰ ਯੂਜ਼ ਕਰਦੇ ਹਾਂ ਫॉर द ਪ੍ਰੋਡਕਸ਼ਨ ਆਫ ਇਲੈਕਟ੍ਰਿਸਿਟੀ। ਪਰ ਜਿਹੜਾ ਇਲੈਕਟ੍ਰੋਲਾਈਟਿਕ ਸੈੱਲ ਹੈ ਉਹਦੇ ਵਿੱਚ ਅਸੀਂ ਇਲੈਕਟ੍ਰੀਕਲ એનર્ਜੀ ਵਰਤੀ ਹੈ ਫॉर द ਪ੍ਰੋਡਕਸ਼ਨ ਆਫ ਕੈਮੀਕਲ એનર્ਜੀ। ਉਹ ਕਨਵਰਟ ਹੋ ਰਹੀ ਹੈ ਕੈਮੀਕਲ એનર્ਜੀ ਦੇ ਵਿੱਚ ਟੂ ਬ੍ਰਿੰਗ ਆਊਟ ਦਾ ਰਿਐਕਸ਼ਨ, ਤਾਂ ਕਿ ਰਿਐਕਸ਼ਨ ਚੱਲ ਸਕੇ। दूसरा डिफरेंस नजर आया भी जो इलैक्ट्रोकैमिकल सैल है वो आप दो बर्तनों के विच करते हैं, है ना। एक आप हाफ सैल बनाने ऑक्सीडेशन, एक हाफ सैल आप बनाने रिडक्शन का। ये देखो आप एक ही कंटेनर च दोनों कर लें। सो ये अलग इलैक्ट्रोड सैटअप करने की कोई जरूरत नहीं होंगी, सेम कंटेनर च हो जाता। तीसरा होर की डिफरेंस नजर आता भी वो एनोड नैगेटिव सी, कैथोड पॉजिटिव सी, पर इत्थे इलैक्ट्रोड चेंज हो जाती है। ਇੱਥੇ ਅਸੀਂ ਪੋਜ਼ਿਟਿਵ ਇਲੈਕਟ੍ਰੋਡ ਐਨੋਡ ਬਣਾਉਂਦੇ ਆ ਔਰ ਨੈਗੇਟਿਵ ਇਲੈਕਟ੍ਰੋਡ ਜਿਹੜੇ ਕੈਥੋਡ ਬਣਾਉਂਦੇ ਆ। ਸੋ ਇਹ ਜਿਹੜੇ ਆ ਕੁਝ ਡਿਫਰੈਂਸਿਸ ਹੈਗੇ ਆ। ਇਹ ਵੈਰੀ ਇੰਪੋਰਟੈਂਟ ਕੁਐਸਚਨ ਆ ਕਿ ਦੋਨੋਂ ਸੈੱਲ ਦੇ ਵਿੱਚ ਕੀ ਫਰਕ ਹੈਗਾ, ਤਾਂ ਆਪਾਂ ਪੁਆਇੰਟ ਆਊਟ ਕਰ ਇੱਥੋਂ ਦੇਖ ਕੇ ਲਿਖ ਸਕਦੇ ਆ। ਹੁਣ ਉਸ ਤੋਂ ਬਾਅਦ ਮੇਨ ਜਿਹੜੀ ਚੀਜ਼ ਆਪਾਂ ਸਮਝਣੀ ਹੈ ਇਹਦੇ ਵਿੱਚ ਫੈਰਾਡੇ ਇੱਕ ਸਾਇੰਟਿਸਟ ਜਿਹਦਾ ਆਪਾਂ ਬਾਰ-ਬਾਰ ਨਾਮ ਲੈ ਰਹੇ ਆ ਨਾ, ਫੈਰਾਡੇਸ ਲਾ। ਤਾਂ ਫੈਰਾਡੇ ਦੇ ਆਪਾਂ ਨੂੰ ਦੋ ਨਿਯਮ ਜ਼ਰੂਰ ਪਤਾ ਹੋਣ। ਹੋਰ ਆਪਣੇ ਸਿਲੇਬਸ 'ਚ ਇਲੈਕਟ੍ਰੋਲਿਸਿਸ ਦਾ ਜ਼ਿਆਦਾ ਨਹੀਂ ਹੈਗਾ, ਪਰ ਫੈਰਾਡੇ ਦੇ ਲਾ ਪਤਾ ਹੋਣੇ ਜ਼ਰੂਰੀ ਆ। ਠੀਕ ਹੈ ਰਾਜੇ। ਹੁਣ ਫੈਰਾਡੇ ਦੇ ਜਿਹੜੇ ਲਾਜ਼ ਹੈਗੇ ਆ ਇਲੈਕਟ੍ਰੋਲਿਸਿਸ ਦੇ, ਦੋ ਲਾਜ਼ ਹੈਗੇ ਆ। ਇਹਨੇ ਦੋ ਲਾਜ਼ ਦਿੱਤੇ ਸੀਗੇ ਔਰ ਦੋਨੋਂ ਹੀ ਇੰਪੋਰਟੈਂਟ ਲਾਜ਼ ਹੈਗੇ ਆ। ਉਹ ਲਾਜ਼ ਜਿਹੜੇ ਆਪਾਂ ਕਰਨੇ ਆ ਫੈਰਾਡੇਸ ਦੇ, ਉਹ ਕੀ ਹੈਗੇ ਆ। ਸੋ ਰਾਜੇ ਫੈਰਾਡੇ ਨੇ ਜਿਹੜਾ ਹੈਗਾ ਆਪਣੇ ਕੋਲ ਦੋ ਲਾਜ਼ ਦਿੱਤੇ ਇਲੈਕਟ੍ਰੋਲਿਸਿਸ ਦੇ, ਔਰ ਦੋਨੋਂ ਇੰਪੋਰਟੈਂਟ ਹੈਗੇ ਆਪਣੇ ਵਾਸਤੇ। ਸੋ ਫਸਟ ਲਾ ਜਿਹੜਾ ਹੈਗਾ ਫੈਰਾਡੇ ਦਾ, ਉਹਨੇ ਕਿਹਾ ਸੀਗਾ, ਕਹਿੰਦਾ ਵੀ ਜਿਹੜੇ ਇਲੈਕਟ੍ਰੋਡ ਤੇ ਸਮਾਨ ਜਮ੍ਹਾਂ ਹੋ ਰਿਹਾ, ਜਿੱਦਾਂ ਪੋਜ਼ਿਟਿਵ ਆਇਨ ਜਿਹੜੇ ਹੈਗੇ ਆ ਇੱਕ ਸਾਈਡ ਤੇ ਜਮ੍ਹਾਂ ਹੋ ਰਹੇ ਆ, ਨੈਗੇਟਿਵ ਆਇਨਸ ਇੱਕ ਸਾਈਡ ਤੇ ਜਮ੍ਹਾਂ ਹੋ ਰਹੇ ਆ, ਤਾਂ ਜਿੰਨਾ ਉਹਦੇ ਉੱਤੇ ਡਿਪੋਜ਼ਿਟ ਹੋ ਰਹੀ ਹੈ ਨਾ ਚੀਜ਼ ਇਲੈਕਟ੍ਰੋਡਸ ਦੇ ਉੱਤੇ, ਇਟ ਵਿਲ ਬੀ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦਾ ਅਮਾਊਂਟ ਆਫ ਕਰੰਟ। ਉਹ ਡਿਪੈਂਡ ਕਰਦਾ ਆ ਕਿੰਨਾ ਜਮ੍ਹਾਂ ਹੋਊਗਾ, ਜਿੰਨੀ ਅਸੀਂ ਉਹਦੇ ਵਿੱਚੋਂ ਕਰੰਟ ਪਾਸ ਕਰਾਂਗੇ, ਇਲੈਕਟ੍ਰਿਸਿਟੀ ਪਾਸ ਕਰਾਂਗੇ, ਚਾਰਜ ਲਗਾਵਾਂਗੇ, ਉਹ ਚਾਰਜ ਤੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੋਏਗਾ। ਇਹ ਉਹਨੇ ਪਹਿਲਾਂ ਲਾ ਦਿੱਤਾ ਸੀ। मतलब मैथमेटिकली आप लिख सकते हैं कि जो वेट डिपॉजिट होएगा दैट विल बी डायरेक्टली प्रोपोर्शनल टू क्यू। क्यू की होगा अमाउंट ऑफ चार्ज। चार्ज जो किहदे बराबर हुंदा, क्यू बराबर आई गुणा टी हुंदा करंट गुणा टाइम। किन्नी करंट किन्ने समय लिए लंघ रही है ना, ਉਹਦੀ मल्टीप्लाई करांगे तो अपने को चार्ज आ जाता। सो W ਜਿਹੜਾ है या आप इनू खत्म करके ZQ लगा सकते हैं। Z इज ਜਿਹੜਾ है एक कांस्टेंट आ जाएगा, इनू केमिकल इक्विवेलेंट कहा जा सकता है। ठीक है राजे। ਹੁਣ Z अगर आप डिफाइन करना होवे, अगर आप कहने Q1 ले लीए, Q1 कदों आओगे राजे, जो करंट तुसी 1 एम्पीयर यूज करोगे, टाइम 1 सेकेंड लाओगे,
ਫਿਰ ਤੁਸੀਂ ਜਿਹੜਾ ਹੈਗਾ Q ਦੀ ਵੈਲਿਊ 1 ਭਰ ਸਕਦੇ ਆ। ਉਸ ਵਕਤ ਜਿਹੜਾ ਕੈਮੀਕਲ ਇਕੁਇਵਲੈਂਟ ਹੋਏਗਾ ਇਟ ਵਿਲ ਬੀ ਇਕੁਅਲ ਟੂ ਦਾ weight deposit when, ਪਰ ਨਾਲ ਲਿਖਣਾ ਪਊਗਾ ਕਿ 1 ampere of current is passed for 1 second। ਫਿਰ ਉਦੋਂ ਆ ਦੋ ਚੀਜ਼ਾਂ ਬਰਾਬਰ ਹੋ ਜਾਣਗੀਆਂ ਜਦੋਂ ਅਸੀਂ 1 ਐਂਪੀਅਰ ਦੀ ਕਰੰਟ ਨੂੰ 1 ਸਕਿੰਟ ਦੇ ਲਈ ਪਾਸ ਕਰਾਂਗੇ। ਠੀਕ ਹੈ, ਸੋ ਇਹ ਹੈ ਆਪਣਾ ਫਸਟ ਲਾ। ਇਹਨੂੰ ਵੀ ਆਪਾਂ ਵਿੱਚ ਜਿਹੜਾ ਯੂਜ਼ ਕਰਾਂਗੇ ਨਿਊਮੈਰੀਕਲ ਦੀ ਕੈਲਕੂਲੇਸ਼ਨ, ਇੱਕ ਦੋ ਨਿਊਮੈਰੀਕਲ ਆਪਾਂ ਇਹਦੇ ਵੀ ਕਰਾਂਗੇ। ਇਸ ਤੋਂ ਬਾਅਦ ਸੈਕਿੰਡ ਲਾ ਵੀ ਇਹਦੇ ਨਾਲ ਰਿਲੇਟਡ ਆ। ਸੈਕਿੰਡ ਲਾ ਕਹਿੰਦਾ ਵੀ ਮੰਨ ਲਓ ਇਲੈਕਟ੍ਰੋਕੈਮੀਕਲ ਸੈੱਲ ਕਾਫੀ ਸਾਰੇ ਆਪਾਂ ਸੀਰੀਜ਼ 'ਚ ਜੋੜ ਲਏ ਆ, 1 ਸੈੱਲ 2 ਸੈੱਲ 3 ਸੈੱਲ 4 ਸੈੱਲ ਸੀਰੀਜ਼ 'ਚ ਜੋੜਤੇ ਔਰ ਸੇਮ ਕਰੰਟ ਪਾਸ ਕਰਤੀ। ਹੁਣ weight ਕਿੰਨਾ ਡਿਪੋਜ਼ਿਟ ਹੋਏਗਾ? ਹੁਣ ਆਪਾਂ ਉਹਦੇ ਲਈ ਉਹਨੇ ਫਾਰਮੂਲਾ ਦੱਸਿਆ, ਕਹਿੰਦਾ ਹੁਣ ਜਿਹੜਾ weight ਡਿਪੋਜ਼ਿਟ ਹੋਏਗਾ, ਮੰਨ ਲਓ ਆਪਾਂ ਕਾਪਰ ਤੇ ਸਿਲਵਰ ਲੈ ਰਹੇ ਹਾਂ, 2 ਇਲੈਕਟ੍ਰੋਡਸ ਲੈ ਰਹੇ ਹਾਂ। ਠੀਕ ਹੈ, ਤਾਂ ਕਈ ਸੈਲਸ ਆਪਾਂ ਕਾਪਰ ਸਿਲਵਰ ਦੇ ਬਣਾ ਕੇ ਜੋੜ ਲਏ ਤਾਂ weight ਕਿੰਨਾ ਡਿਪੋਜ਼ਿਟ ਹੋਏਗਾ? weight ਜਿਹੜਾ ਹੋਏਗਾ ਕਾਪਰ ਦਾ ਤੇ ਸਿਲਵਰ ਦਾ ਜਿਹੜਾ ਡਿਪੋਜ਼ਿਟ ਹੋਏਗਾ ਇਟ ਵਿਲ ਬੀ ਇਕੁਅਲ ਟੂ देयर ਇਕੁਇਵਲੈਂਟ weight। ਉਹ weight ਕਿਹਦੇ ਬਰਾਬਰ ਹੋਏਗਾ? ਇਕੁਇਵਲੈਂਟ weight ਦੇ ਬਰਾਬਰ ਹੋਏਗਾ। ਜਿੱਦਾਂ weight ਆਫ ਕਾਪਰ ਡਿਪੋਜ਼ਿਟ ਕਰ ਲਿਆ, weight ਆਫ ਆਪਾਂ ਦੂਜੀ ਇਲੈਕਟ੍ਰੋਡ ਸਿਲਵਰ ਲੈ ਰਹੇ ਹਾਂ, ਇਹਨਾਂ ਦਾ weight ਜਿਹੜਾ ਹੋਏਗਾ ਇਕੁਇਵਲੈਂਟ weight ਦੇ ਬਰਾਬਰ ਹੋਏਗਾ। ਪਰ ਹੁਣ ਇਕੁਇਵਲੈਂਟ weight ਜਿਹੜਾ ਮਾਡਰਨ ਥਿਊਰੀ ਕਹਿੰਦੀ ਹੈ, ਮਾਡਰਨ ਕਨਸੈਪਟ ਕਹਿੰਦਾ ਵੀ ਇਕੁਇਵਲੈਂਟ weight ਨਹੀਂ ਲੈਣਾ ਚਾਹੀਦਾ, ਉਹਦੀ ਕੈਲਕੂਲੇਸ਼ਨ ਡਿਫਿਕਲਟ ਹੁੰਦੀ ਹੈ। ਬਜਾਏ ਇਕੁਇਵਲੈਂਟ weight ਦੇ ਆਪਾਂ ਨੂੰ ਇਲੈਕਟ੍ਰੋਨਸ ਦੀ ਫਾਰਮ 'ਚ ਲੈਣਾ ਚਾਹੀਦਾ, ਕਿਉਂਕਿ ਲੈਣ ਦੇਣ ਤਾਂ ਇਲੈਕਟ੍ਰੋਨ ਦਾ ਹੋਊਗਾ। ਠੀਕ ਹੈ, ਸੋ ਉਹਦੇ ਲਈ ਆਪਾਂ ਡੈਫੀਨੇਸ਼ਨ ਥੋੜੀ ਚੇਂਜ ਕਰ ਦਿੰਦੇ ਆ। ਸੈਕਿੰਡ ਲਾ ਇਹ ਕਹਿੰਦਾ ਕਿ ਜਿੰਨਾ weight ਡਿਪੋਜ਼ਿਟ ਹੋਏਗਾ ਉਹ ਮੋਲਸ 'ਚ ਕੈਲਕੂਲੇਟ ਕਰੋ, ਮੋਲਸ 'ਚ ਲੈ ਲਓ ਚਾਹੇ ਗ੍ਰਾਮਾਂ 'ਚ ਲੈ ਲਓ। ਤਾਂ ਜਿਹੜੇ ਮੋਲਸ ਡਿਪੋਜ਼ਿਟ ਹੋਣਗੇ ਇਟ ਵਿਲ ਬੀ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਮੋਲ ਆਫ ਇਲੈਕਟ੍ਰੋਨਸ। ਆਪਾਂ ਮੋਲਸ ਆਫ ਕਿਹਦੇ ਪ੍ਰੋਪੋਰਸ਼ਨਲ ਗਿਣਾਂਗੇ? ਉਹਨਾਂ ਨੂੰ ਇਲੈਕਟ੍ਰੋਨਸ ਦੇ, ਜਿਹੜੇ ਕਿ ਐਕਸਚੇਂਜ ਹੋਣਗੇ ਡਿਊਰਿੰਗ ਆਕਸੀਡੇਸ਼ਨ ਐਂਡ ਰਿਡਕਸ਼ਨ। ਉਹ ਆਪਾਂ ਨੂੰ ਪਤਾ ਚੱਲ ਜੂਗਾ ਜਦੋਂ ਅਸੀਂ ਇਕੁਏਸ਼ਨ ਲਿਖਾਂਗੇ ਵੀ ਕਿਹਨੇ ਇਲੈਕਟ੍ਰੋਨ ਗੇਨ ਕੀਤੇ ਆ ਤੇ ਕਿਹਨੇ ਇਲੈਕਟ੍ਰੋਨ ਲੂਜ਼ ਕੀਤੇ ਆ। ਸੋ ਜਿੰਨੇ ਇਲੈਕਟ੍ਰੋਨਸ ਦਾ ਲੈਣ ਦੇਣ ਹੋਏਗਾ, ਐਕਸਚੇਂਜ ਹੋਏਗਾ, ਉਹਦੇ ਅਕੋਰਡਿੰਗ ਅਸੀਂ ਜਿਹੜਾ ਹੈਗਾ weight ਜਿਹੜਾ ਡਿਪੋਜ਼ਿਟ ਕੱਢ ਸਕਦੇ ਹਾਂ। ਫੋਰ ਐਗਜ਼ਾਮਪਲ ਆਪਾਂ ਇੱਥੇ ਇੱਕ ਛੋਟੀ ਜਿਹੀ ਐਗਜ਼ਾਮਪਲ ਨਾਲ ਇਹਨੂੰ ਦੇਖ ਸਕਦੇ ਹਾਂ ਵੀ ਇਹ ਕੀ ਕਹਿਣਾ ਚਾਹੁੰਦਾ। ਇਹ ਸੈਕਿੰਡ ਲਾ ਦੇ ਮੁਤਾਬਿਕ ਹੀ ਹੈ। ਦੇਖੋ ਮੰਨ ਲਓ ਆਪਣੇ ਕੋਲ ਸੋਡੀਅਮ ਕਲੋਰਾਈਡ ਆਪਾਂ ਬਣਾ ਰਹੇ ਹਾਂ, ਡਿਪੋਜ਼ਿਟ ਕਰ ਰਹੇ ਹਾਂ। ਠੀਕ ਹੈ, ਇੱਕ ਸੈੱਲ ਦੇ ਵਿੱਚ ਹੁਣ ਦੋ ਰਿਐਕਸ਼ਨ ਹੋਣਗੇ ਰਾਜੇ। ਸੋਡੀਅਮ ਜਿਹੜੀ ਹੋਏਗੀ ਉਹ ਇਲੈਕਟ੍ਰੋਨ ਲੂਜ਼ ਕਰਦੀ ਹੈ, Na ਪੋਜ਼ਿਟਿਵ ਪਲੱਸ 1 ਇਲੈਕਟ੍ਰੋਨ, ਜਾਂ ਇੱਥੇ ਮਤਲਬ Na ਪੋਜ਼ਿਟਿਵ ਦਾ ਮਤਲਬ ਆ ਇਹ ਜਦੋਂ ਪੋਜ਼ਿਟਿਵ ਆਇਨਸ ਜਿਹੜੇ ਇਲੈਕਟ੍ਰੋਡ ਤੇ ਨੈਗੇਟਿਵ ਇਲੈਕਟ੍ਰੋਡ ਤੇ ਜਮ੍ਹਾਂ ਹੋ ਜਾਣਗੇ ਤਾਂ ਸੋਡੀਅਮ ਜੰਮ ਜਾਊਗੀ, ਯਾਨੀ ਇੱਥੇ ਆਪਾਂ ਨੂੰ ਸੋਡੀਅਮ ਮਿਲੂਗੀ। ਦੂਜੇ ਪਾਸੇ ਕੀ ਹੋਊਗਾ? ਜਿਹੜੇ ਕਲੋਰਾਈਡ ਆਇਨਸ ਹੋਣਗੇ ਹੈ ਨਾ, ਇੱਕ ਲੈਣਾ ਤਾਂ ਆਪਾਂ ਨੇ ਇੱਕ ਲੈ ਸਕਦੇ ਹਾਂ, -1 ਇਲੈਕਟ੍ਰੋਨ ਨਿਕਾਲ ਕੇ ਇਹ ਜਿਹੜਾ ਕਲੋਰਾਈਡ ਬਣੂ। ਹੁਣ ਕਲੋਰਾਈਡ ਤਾਂ ਇਕੱਲਾ ਹੁੰਦਾ ਨਹੀਂ ਰਾਜੇ, ਇਕੱਲਾ ਡਿਪੋਜ਼ਿਟ ਨਹੀਂ ਹੋਏਗਾ। ਸੋ ਇਹ ਦੋ ਐਟਮਸ ਜੁੜ ਜਾਣਗੇ, ਯਾਨੀ ਹਾਫ Cl2 ਆਪਾਂ ਕਹਿ ਸਕਦੇ ਹਾਂ ਨਾ। 1 Cl ਨਹੀਂ ਲਿਖਣ ਦੀ ਬਜਾਏ ਆਪਾਂ ਅੱਧੀ Cl2 ਲਿਖਾਂਗੇ, ਉਹ 1 Cl ਹੀ ਗੇਨ ਹੋ ਜਾਏਗਾ। ਸੋ ਦੂਜਾ ਰਿਐਕਸ਼ਨ ਆਪਣੇ ਕੋਲ ਇਹ ਹੋ ਸਕਦਾ, ਜਾਂ ਇਹਨੂੰ ਆਪਾਂ 1 ਮੋਲ ਬਣਾਉਣਾ ਹੋਵੇ ਆਪਾਂ ਸਿੰਪਲ ਇਦਾਂ ਕਰਦੇ ਹਾਂ। ਫਿਰ ਆਪਾਂ 2 Cl ਨੈਗੇਟਿਵ ਲੈ ਕੇ 2 ਇਲੈਕਟ੍ਰੋਨ ਲੈ ਕੇ ਇਹਨੂੰ ਜਿਹੜਾ ਹੈਗਾ ਆਪਣੇ ਕੋਲ Cl2 ਬਣਾ ਸਕਦੇ ਹਾਂ। ਕਲੀਅਰ? ਸੋ ਆਹ ਦੋ ਰਿਐਕਸ਼ਨ ਯਾਨੀ ਆਪਾਂ ਸਿਲੈਕਟ ਕਰ ਲਏ ਕਿ ਹਾਫ ਨਾ ਲੈਣਾ ਪਵੇ, ਆਪਾਂ ਪੂਰਾ ਲੈ ਲਿਆ। ਹੁਣ ਆਹ ਦੋ ਰਿਐਕਸ਼ਨ ਜਿਹੜੇ ਸੈੱਲ 'ਚ ਹੋ ਰਹੇ ਆ, ਐਦਾਂ ਸੈੱਲ 'ਚ ਹੋ ਰਹੇ, ਜਿਹੜਾ ਆਪਾਂ ਇਲੈਕਟ੍ਰੋਲਿਟਿਕ ਸੈੱਲ ਬਣਾਇਆ ਨਾ ਉਹਦੇ ਵਿੱਚ ਹੋ ਰਹੇ ਆ। ਸੋਡੀਅਮ ਆਇਨਸ ਆ ਜੇ ਉਹ 1 ਇਲੈਕਟ੍ਰੋਡ ਤੇ ਜਮ੍ਹਾਂ ਹੋ ਰਹੇ ਆ, ਜਿਹੜੀ ਨੈਗੇਟਿਵ ਇਲੈਕਟ੍ਰੋਡ ਹੋਊਗੀ ਇੱਧਰ ਨੂੰ ਜਾਈ ਜਾਂਦੇ ਆ, ਕਲੋਰਾਈਡ ਆਇਨ ਇੱਧਰ ਨੂੰ ਜਾਈ ਜਾਂਦੇ ਆ। ਤਾਂ ਦੋ ਚੀਜ਼ਾਂ ਆਪਾਂ ਨੂੰ ਰਿਐਕਸ਼ਨ 'ਚ ਮਿਲ ਜਾਣਗੀਆਂ। ਹੁਣ ਪ੍ਰੋਬਲਮ ਆਪਾਂ ਇਹ ਦੇਖਣੀ ਆ, ਮੇਨ ਕੁਐਸਚਨ ਆਪਣਾ ਇਹ ਸੀਗਾ ਕਿ ਇਹਨਾਂ ਦਾ ਕਿੰਨਾ weight ਡਿਪੋਜ਼ਿਟ ਹੋਊਗਾ, ਆਪਾਂ ਨੂੰ ਕਿੱਦਾਂ ਪਤਾ ਚੱਲੇਗਾ। ਸੋ ਇਹ ਧਿਆਨ 'ਚ ਰੱਖਿਓ ਵੀ ਜਿਹੜਾ ਇਲੈਕਟ੍ਰੋਨ ਦੇ ਹਿਸਾਬ ਤੇ ਹੁਣ ਆਪਾਂ ਦੇਖਾਂਗੇ ਵੀ ਕਿੰਨੇ ਮੋਲ ਇਲੈਕਟ੍ਰੋਨ ਦੇ ਲੋੜ ਪਈ ਆ ਆਪਾਂ ਨੂੰ 1 ਮੋਲ ਜਮ੍ਹਾਂ ਕਰਨ ਦੇ ਲਈ। 1 ਮੋਲ ਕਲੋਰੀਨ ਵਾਸਤੇ, 1 ਮੋਲ ਸੋਡੀਅਮ ਬਣਾਉਣ ਵਾਸਤੇ ਆਪਾਂ ਨੂੰ ਕਿੰਨੇ ਇਲੈਕਟ੍ਰੋਨਸ ਦੀ ਆਪਾਂ ਵਰਤੋਂ ਜਿਹੜੀ ਆ ਲੈਣ ਦੇਣ ਕੀਤਾ ਰਾਜੇ। ਸੋ ਜਿਹੜਾ ਆਹ ਰਿਐਕਸ਼ਨ ਇਹਨੂੰ ਆਪਾਂ ਉਲਟ ਕਰਕੇ ਲਿਖੀਏ ਤਾਂ ਸੋਡੀਅਮ ਹੀ ਬਣਾ ਦਿਆ ਆਪਾਂ, ਕਿਉਂਕਿ ਸੋਲੂਸ਼ਨ 'ਚ ਆਇਨ ਹੋਣਗੇ ਨਾ। Na ਪੋਜ਼ਿਟਿਵ ਇੱਧਰ ਲਿਖ ਲੈਂਦੇ ਆ, ਪਲੱਸ 1 ਇਲੈਕਟ੍ਰੋਨ ਲਿਖ ਕੇ ਆਹ ਸੋਡੀਅਮ ਡਿਪੋਜ਼ਿਟ ਹੋ ਰਿਹਾ, ਤਾਂ ਕਿ ਇਲੈਕਟ੍ਰੋਨ ਦੀ ਗਿਣਤੀ ਆਪਾਂ ਨੂੰ ਇਸ ਸਾਈਡ ਤੇ ਨਜ਼ਰ ਆ ਜਾਵੇ। ਹੁਣ ਕਲੀਅਰ ਹੋ ਗਿਆ ਨਾ? ਹਾਂਜੀ। ਹੁਣ ਕੀ ਹੋਇਆ? ਹੁਣ ਆਪਾਂ ਨੂੰ ਪਤਾ ਲੱਗ ਗਿਆ ਵੀ 1 ਇਲੈਕਟ੍ਰੋਨ ਚਾਹੀਦਾ। 1 ਇਲੈਕਟ੍ਰੋਨ ਦਾ ਮਤਲਬ ਹੈ ਜੀ 1 ਇਲੈਕਟ੍ਰੋਨ, ਇਹ 1 ਮੋਲ ਇਲੈਕਟ੍ਰੋਨ ਆ। ਆਪਾਂ 1 ਮੋਲ ਦੀ ਫਾਰਮ 'ਚ ਲੈਣਾ। ਹੁਣ 1 ਮੋਲ ਇਲੈਕਟ੍ਰੋਨ ਆਪਾਂ ਨੂੰ ਕਿੱਦਾਂ ਪਤਾ ਲੱਗੂ ਕਿੰਨੇ ਹੁੰਦੇ ਆ? ਇਹ ਆਪਾਂ ਪਹਿਲਾਂ ਹੀ ਕੱਢ ਕੇ ਰੱਖ ਲੈਣੇ ਆ। 1 ਮੋਲ 'ਚ ਕਿੰਨੀ ਕੁਆਂਟੀਟੀ ਹੁੰਦੀ ਹੈ? 6.022 × 10⁻23 ਐਨੇ ਇਲੈਕਟ੍ਰੋਨਸ ਹੁੰਦੇ ਆ। ਹੁਣ 1 ਇਲੈਕਟ੍ਰੋਨ ਦੇ ਉੱਤੇ ਚਾਰਜ ਕਿੰਨਾ ਹੁੰਦਾ? ਸਾਰਿਆਂ ਨੂੰ ਪਤਾ 1.6 × 10⁻−19 ਕੂਲਮ ਇਹ ਹੁੰਦਾ ਨਾ। ਤਾਂ ਫਿਰ 1 ਮੋਲ ਇਲੈਕਟ੍ਰੋਨਸ ਤੇ ਕਿੰਨਾ ਚਾਰਜ ਹੋਇਆ ਇਕੱਠਾ ਕੱਢ ਕੇ ਰੱਖ ਲਓ। 1 ਮੋਲ ਇਲੈਕਟ੍ਰੋਨਸ ਦਾ ਚਾਰਜ ਕਿੰਨਾ ਹੋਏਗਾ? ਚਾਰਜ ਆਫ 1 ਮੋਲ ਇਲੈਕਟ੍ਰੋਨਸ 6.022 10⁻23 ਗੁਣਾ 1.6 10⁻19। ਜਦੋਂ ਇਹ ਪੂਰੀ ਵੈਲਿਊ ਸੋਲਵ ਹੋਊਗੀ ਰਾਜੇ, ਜਿਹੜੀ ਵੈਲਿਊ ਆਪਾਂ ਯੂਜ਼ ਕਰ ਰਹੇ ਹਾਂ 94500 ਦੇ ਕਰੀਬ ਵੈਲਿਊ ਆਏਗੀ। ਇਟ ਇਜ਼ ਨੋਨ ਐਜ਼ 1 ਫੈਰਾਡੇ। ਇੱਥੋਂ 1 ਫੈਰਾਡੇ ਬਣਦਾ ਜਿਹਦਾ ਮੁੱਲ ਆਪਾਂ 96500 ਕੂਲਮ ਭਰਦੇ ਹਾਂ। ਸੋ ਕਲੀਅਰ ਹੋ ਗਿਆ ਕਿੱਥੋਂ ਭਰਦੇ ਹਾਂ? ਇੱਥੋਂ ਯੂਜ਼ ਕਰਦੇ ਹਾਂ ਰਾਜੇ।
ਤਾਂ ਇਹ 1 ਮੋਲ ਇਲੈਕਟ੍ਰੋਨਸ ਦਾ ਚਾਰਜ ਆ। ਹੁਣ ਸਾਨੂੰ ਜਦੋਂ 1 ਮੋਲ ਦਾ ਪਤਾ ਲੱਗ ਗਿਆ, ਅਸੀਂ ਕਿਸੇ ਵੀ ਸਵਾਲ ਦੇ ਵਿੱਚ ਦੱਸ ਦਾਂਗੇ ਵੀ ਇੱਥੇ ਕਿੰਨੀ ਹੁਣ ਜਿੱਦਾਂ ਇੱਥੇ ਆ ਹਨਾ, ਇੱਥੇ ਇਹਦਾ ਮਤਲਬ ਕਿੰਨਾ ਚਾਰਜ ਲੰਘਾਉਣ ਦੀ ਲੋੜ ਪਊਗੀ ਤਾਂ ਕਿ ਆਪਣੇ ਕੋਲ 1 ਮੋਲ ਸੋਡੀਅਮ ਜਿਹੜੀ ਹੈ ਡਿਪੋਜ਼ਿਟ ਹੋ ਜਾਏ। ਤਾਂ ਆਪਾਂ ਦੱਸਾਂਗੇ ਵੀ ਸਾਨੂੰ 1 ਮੋਲ ਇਲੈਕਟ੍ਰੋਨਸ ਦਾ ਮਤਲਬ ਕਿੰਨਾ ਚਾਰਜ ਲੰਘਾਉਣਾ ਪਊਗਾ, 96500 ਕੂਲਮ ਚਾਰਜ ਲੰਘਾਉਣਾ ਪਊਗਾ। ਫਿਰ ਆਪਾਂ 1 ਮੋਲ ਸੋਡੀਅਮ ਜਿਹੜੀ ਹੈ ਜਮ੍ਹਾਂ ਹੋਊਗੀ ਜਾਂ ਸੋਡੀਅਮ ਦਾ ਮਾਸ 23 ਗ੍ਰਾਮ ਜਿਹੜਾ ਹੈ ਆਪਣੇ ਕੋਲ ਡਿਪੋਜ਼ਿਟ ਹੋ ਜਾਏਗਾ। ਇਸੇ ਤਰ੍ਹਾਂ ਸੈਕੰਡ ਕੇਸ 'ਚ ਆਪਾਂ ਚੈੱਕ ਕਰ ਸਕਦੇ ਹਾਂ ਕਿ 1 ਮੋਲ ਕਲੋਰੀਨ ਵਾਸਤੇ ਆਪਾਂ ਨੂੰ 2 ਮੋਲ ਇਲੈਕਟ੍ਰੋਨ ਲਗਾਉਣੇ ਪੈਣਗੇ। ਤਾਂ ਕਿੰਨਾ ਚਾਰਜ ਲਗਾਉਣਾ ਪਊਗਾ, 1 ਮੋਲ ਇਲੈਕਟ੍ਰੋਨ ਦਾ ਚਾਰਜ 96500, ਤਾਂ 2 ਗੁਣਾ 96500 ਕੂਲਮ ਚਾਰਜ ਜਿਹੜਾ ਸਾਨੂੰ ਲਗਾਉਣਾ ਪਏਗਾ। ਫਿਰ ਅਸੀਂ 1 ਮੋਲ ਕਲੋਰੀਨ ਜਿਹੜੀ ਆ ਉਹ ਡਿਪੋਜ਼ਿਟ ਕਰ ਪਾਵਾਂਗੇ। ਸੋ ਇੱਥੋਂ ਆਈਡੀਆ ਹੋ ਜਾਂਦਾ। ਤਾਂ ਹੁਣ ਕਨਸੈਪਟ ਇਹ ਧਿਆਨ 'ਚ ਰੱਖਣਾ ਕਿ ਆਪਾਂ ਨੰਬਰ ਆਫ ਮੋਲਸ ਲਏ ਆ ਇਲੈਕਟ੍ਰੋਨਸ ਦੇ, ਔਰ ਇਲੈਕਟ੍ਰੋਨ ਦੇ ਮੋਲਸ ਬਣਾ ਕੇ ਰੱਖ ਲੈਣੇ, ਚਾਰਜ ਕੱਢ ਕੇ ਰੱਖ ਲੈਣਾ। ਉਹ 96500 ਵੈਲਿਊ ਆਪਾਂ ਬਾਰ-ਬਾਰ ਯੂਜ਼ ਕਰਾਂਗੇ। ਸੋ ਇਹਦੇ ਨਾਲ ਦਾ ਨੂਮੈਰੀਕਲ ਇੱਕ ਛੋਟਾ ਜਿਹਾ ਹਰ ਵਾਰੀ ਜਿਹੜਾ ਪੁੱਛਿਆ ਜਾਂਦਾ ਪੇਪਰ ਦੇ ਵਿੱਚ, ਉਹ ਕਰਕੇ ਦੇਖਦੇ ਹਾਂ ਆਪਾਂ। ਹੁਣ ਕਲੀਅਰ ਹੋ ਗਿਆ ਨਾ ਤੁਹਾਨੂੰ ਕਿ ਕਿੱਦਾਂ ਇਲੈਕਟ੍ਰੋਨਸ ਦੇ ਹਿਸਾਬ ਤੇ ਆਪਾਂ ਦੇਖਾਂਗੇ। ਆ ਸਮਾਨ ਦੇ ਨਾਲ ਤੁਹਾਨੂੰ ਕਲੀਅਰ ਹੋ ਜਾਣਾ ਰਹੇ। ਨੂਮੈਰੀਕਲ ਦੇ ਨੂਮੈਰੀਕਲ ਹੈਗਾ ਸੋਲੂਸ਼ਨ ਆਫ ਕਾਪਰ ਸਲਫੇਟ ਇਜ਼ ਇਲੈਕਟ੍ਰੋਲਾਈਜ਼ਡ ਫॉर 10 ਮਿੰਟਸ। ਸੋਲੂਸ਼ਨ ਨੂੰ 10 ਮਿੰਟ ਲਈ ਇਲੈਕਟ੍ਰਿਸਿਟੀ ਪਾਸ ਕੀਤੀ ਗਈ। 10 ਗੁਣਾ ਸਕਿੰਟ ਫਿਰ 60 ਨਾਲ ਗੁਣਾ ਕਰ ਲਓ, 600 ਸਕਿੰਟ ਲਈ ਹੋ ਗਈ। ਠੀਕ ਹੈ ਜੀ। विद ए करंट ऑफ 1.5 एम्पीयर, करंट है 1.5 एम्पीयर दी लंघ रही है। व्हाट इज द मास ऑफ कॉपर डिपॉजिटेड, तुसी वेट कढना है ऑफ कॉपर कितना डिपॉजिट होया। डिपॉजिट दिता कि आपां नूं होर आपां नूं कुछ नहीं दिता, सी खुद ही करना है। सो पहला असीं ये देखांगे वेट जिहड़ा कॉपर डिपॉजिटेड है ये फैराडे दे लॉ दे अकॉर्डिंग ही चेक करांगे। ਇਹਦੇ ਵਾਸਤੇ ਆਪਾਂ ਇਕੁਏਸ਼ਨ ਬਣਾ ਕੇ ਰੱਖ ਲੈਣੀ ਆ ਕਿ ਜਿਹੜੇ ਕਾਪਰ +2 ਆਇਨਸ ਹੁੰਦੇ ਆ ਉਹਨਾਂ ਨੂੰ 2 ਇਲੈਕਟ੍ਰੋਨ ਦਿੱਤੇ ਜਾਣ ਤਾਂ ਆਪਣੇ ਕੋਲ ਕਾਪਰ ਸੋਲਿਡ ਆਪਾਂ 1 ਮੋਲ ਬਣਾ ਕੇ ਦੇਖਣਾ। 1 ਮੋਲ ਵਾਸਤੇ ਤੁਹਾਡੇ 2 ਇਲੈਕਟ੍ਰੋਨ ਯੂਜ਼ ਹੋਣਗੇ। ਆਪਾਂ ਸਿਰਫ ਇਹ ਚੈੱਕ ਕਰਨਾ ਕਿ ਇਹਨੂੰ ਡਿਪੋਜ਼ਿਟ ਕਰਨ ਲਈ ਕਿੰਨੇ ਇਲੈਕਟ੍ਰੋਨਸ ਯੂਜ਼ ਹੋ ਰਹੇ ਆ। 2 ਮੋਲ ਕਹਿਣਾ, 2 ਇਲੈਕਟ੍ਰੋਨ ਨਹੀਂ 2 ਮੋਲ। 2 ਮੋਲ ਇਲੈਕਟ੍ਰੋਨ ਦਾ ਚਾਰਜ ਜ਼ਰੂਰ ਕੱਢ ਕੇ ਰੱਖ ਲਿਓ। 2 ਮੋਲ ਦਾ ਚਾਰਜ ਬਸ 2 ਗੁਣਾ 96500 ਕੂਲਮ ਤੁਸੀਂ ਇਹਦੇ ਲਈ ਚਾਰਜ ਯੂਜ਼ ਕਰੋਗੇ ਤਾਂ ਤੁਹਾਡੇ ਕੋਲ 1 ਮੋਲ ਕਾਪਰ ਉਹਦਾ ਮਾਸ ਕੱਢ ਕੇ ਰੱਖ ਲਓ 63.56 ਕਰੀਬ ਹੁੰਦਾ। ਇੰਨੇ ਗ੍ਰਾਮ ਤੁਹਾਡੇ ਕੋਲ ਕਾਪਰ ਡਿਪੋਜ਼ਿਟ ਹੋਊਗੀ ਅਗਰ ਤੁਸੀਂ ਇੰਨੀ ਇਲੈਕਟ੍ਰਿਸਿਟੀ ਪਾਸ ਕਰਦੇ ਆ, ਚਾਰਜ ਪਾਸ ਕਰਦੇ ਆ। ਹੁਣ ਸਾਨੂੰ ਪੁੱਛਿਆ ਵੀ ਇਹਦੇ ਨਾਲ ਕਿੰਨਾ ਡਿਪੋਜ਼ਿਟ ਹੋਊਗਾ। ਆਪਾਂ ਹੁਣ ਇਹਦਾ ਚਾਰਜ ਵੀ ਕੱਢ ਕੇ ਰੱਖ ਲਿਆ। ਆਪਾਂ ਨੂੰ ਪਤਾ ਹੈ Q ਆ ਚਾਰਜ ਹੁੰਦਾ I ਗੁਣਾ T। 1.5 ਨੂੰ ਤੁਸੀਂ 600 ਨਾਲ ਗੁਣਾ ਕਰਕੇ ਰੱਖ ਲਓ ਤਾਂ ਤੁਹਾਡਾ ਚਾਰਜ ਜਿਹੜਾ ਹੈ 900 ਆ ਜਾਏਗਾ ਕੂਲਮ। ਹੁਣ ਆਪਣੇ ਕੋਲ ਕਲੀਅਰ ਹੋ ਗਿਆ ਵੀ 2 ਗੁਣਾ 96500 ਕੂਲਮ ਜਦੋਂ ਅਸੀਂ ਲਗਾਉਂਦੇ ਆ ਤਾਂ ਸਾਡੇ ਕੋਲ 63.56 ਗ੍ਰਾਮ ਕਾਪਰ ਡਿਪੋਜ਼ਿਟ ਹੋ ਜਾਂਦੀ। ਇੱਕ ਦੇ ਨਾਲ 63.56 ਬਟੇ 2 ਗੁਣਾ 96500 ਤੇ 900 ਦੇ ਨਾਲ ਵੀ ਕਿੰਨੀ ਹੋਊਗੀ। ਆਪਾਂ ਸਿਰਫ ਇੱਥੇ 900 ਦੇ ਨਾਲ ਕੈਲਕੂਲੇਟ ਕਰ ਲੈਣੀ, ਗੁਣਾ 900 ਕਰਕੇ ਤੁਹਾਡਾ ਆਨਸਰ ਨਿਕਲ ਜਾਣਾ। ਔਰ ਇਹ ਲਗਭਗ ਤੁਹਾਡੇ ਕੋਲ 0.296 ਗ੍ਰਾਮ ਆਏਗੀ। ਇਹਦਾ ਆਨਸਰ ਆ ਜਾਏਗਾ। ਸੋ ਕੋਈ ਔਖਾ ਨਹੀਂ ਹੈਗਾ ਰਾਜੇ, ਸਾਨੂੰ ਬਸ ਇੰਨਾ ਕੁ ਕਨਸੈਪਟ ਆਪਾਂ ਫੈਰਾਡੇ ਦਾ ਸਮਝਣਾ ਵੀ ਆਪਾਂ ਮੋਲ ਆਫ ਇਲੈਕਟ੍ਰੋਨਸ ਕੱਢ ਲੈਣੇ ਆ। 1 ਮੋਲ ਦਾ ਚਾਰਜ ਆਪਾਂ ਨੂੰ ਪਤਾ ਹੀ ਆ, ਬਸ ਜਿੰਨੇ ਮੋਲਸ ਹੋਏ ਨਾ ਗੁਣਾ ਹੀ ਕਰਨੀ ਆ, ਹੋਰ ਕੁਝ ਨਹੀਂ ਕਰਨਾ। ਬਾਰ-ਬਾਰ ਆਪਾਂ 96500 ਕੱਢ ਕੇ ਨਹੀਂ ਦਿਖਾ ਲੈਣਾ, ਆਪਾਂ ਯੂਜ਼ ਕਰਨਾ ਆ। ਹੁਣ ਇੱਕ ਹੋਰ ਇਹਦੇ ਨਾਲ ਦਾ ਨੂਮੈਰੀਕਲ ਮੈਂ ਦੱਸਦੀ ਹਾਂ ਲਾਸਟ, ਫਿਰ ਮੇਰੇ ਹਿਸਾਬ ਨਾਲ ਆ ਟੌਪਿਕ ਤੁਹਾਡਾ ਕਲੀਅਰ ਹੋ ਗਿਆ। ਫਿਰ ਆਪਾਂ ਨੈਕਸਟ ਆਪਣੇ ਕੋਲ ਲਾਸਟ ਟੌਪਿਕ ਰਹਿ ਜਾਊਗਾ ਜਿਹੜਾ बैटरीज का, वो असी कल कर लेना है। ठीक है, कल या परसों तक के लेसन मेरा खत्म हो जाएगा। हाउ मेनी कूलम्स आर रिक्वायर्ड टू डिपोजिट 50 ग्राम ऑफ एल्यूमिनियम व्हेन द इलेक्ट्रोड रिएक्शन इज, पहला रिएक्शन दिता हुआ है जी Al +3 + 3 इलेक्ट्रॉन इज इक्वल टू एल्यूमिनियम सॉलिड बन रही है। हुण इत्थों देखो पता लग गया भी 3 मोल इलेक्ट्रॉन जिहड़े ना उहदे जिन्ना चार्ज यूज हो रहा है एक एल्यूमीनियम मोल तैयार करने लिए। एक एल्यूमीनियम का मास कट नाल लिख लईदा 27 ग्राम वास्ते। इधरों चार्ज कितना हो गया 3 गुणा 96500 कूलम। इन्ने के नाल अपना अद्धा सवाल निकल जाता भी ये वास्ते इन्ना चार्ज चाहिए जे 27 ग्राम एल्यूमीनियम आप डिपोजिट करवानी है। हुण क्वेश्चन ये हैगा कि तुसीं 50 ग्राम डिपोजिट करवाना चाहुंदे आ तो चार्ज कितनी लोड़ पऊगी। फिर जे तां हुण उल्ट करके लिखो, चार्ज कढना ना, चार्ज इधरले पासे आ जाए भी 27 ग्राम अगर असीं डिपोजिट करवाने आ है ना, 27 ग्राम वास्ते चार्ज कितना लोड पै रहा 3 गुणा 96500। एक वास्ते कितना लोड पाएगा 3 गुणा 96500 बटे 27। फिर 50 ग्राम करवाना चाहते हैं तो गुणा की कर दो 50, ये 50 वास्ते निकल आऊगा। इसका आंसर आ गया तुहाडे कोल 5361111 कूलम। सो ये जिहड़ा हैगा तुहाडे कोल इन्ना चार्ज जिहड़ा, यानी दोवां चों कोई भी चीज़ कढ सकदे हो तुसीं, चार्ज भी कढ सकदे आ
ਜਾਂ ਮਾਸ ਵੀ ਕੱਢ ਸਕਦੇ ਹਾਂ। ਜੇ ਮਾਸ ਪੁੱਛਿਆ ਤਾਂ ਮਾਸ ਇੱਧਰ ਰੱਖ ਲਓ, ਚਾਰਜ ਪੁੱਛਿਆ ਤਾਂ ਚਾਰਜ ਰੱਖ ਲਓ, ਦੋਨੋਂ ਨਿਕਲ ਜਾਣਗੇ। ਸੋ ਇਹ ਟੌਪਿਕ ਅੱਜ ਦਾ ਇੰਪੋਰਟੈਂਟ ਸੀ, ਇੱਕ ਅਲੱਗ ਸੀ ਥੋੜਾ ਜਿਹਾ ਚੈਪਟਰ ਤੋਂ, ਤਾਂ ਇਹ ਤੁਸੀਂ ਅੱਛੀ ਤਰ੍ਹਾਂ ਕਰ ਲਓ। ਫਿਰ ਉਸ ਤੋਂ ਬਾਅਦ ਆਪਾਂ ਜੇ ਅਗਲਾ ਜਿਹੜਾ ਹੈਗਾ ਨਾ ਨੈਕਸਟ, ਉਹ ਫਿਰ ਆਪਾਂ ਅਗਲਾ ਟੌਪਿਕ ਸਟਾਰਟ ਕਰਾਂਗੇ। ਓਕੇ, ਆਲ ਦਾ ਬੈਸਟ।